ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ।
ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇਤਿਆਦਿਕ ਮਹਿਮਾ ਕਹਿ ਭਾਰੀ, ਹਰ ਮੰਦਰ ਕੇ ਬੈਠ ਮਝਾਰੀ। ਇੱਕ ਦਿਨ ਬੈਠੇ ਸਭਾ ਲਗਾਏ, ਕੇਤਕ ਸਿੱਖਿਆ ਰਹੇ ਗਰਬਾਏ। ਇਤਿਆਦਿਕ ਮਹਿਮਾ ਕਹਿ ਭਾਰੀ, ਹਰ ਮੰਦਰ ਕੇ ਬੈਠ ਮਝਾਰੀ। ਇੱਕ ਦਿਨ ਬੈਠੇ ਸਭਾ ਲਗਾਏ, ਕੇਤਕ ਸਿੱਖ ਰਹੇ ਗਰਬਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਦੂ, ਭਗਤ ਵਛਲ ਜਗ ਦਾਤੇ ਸ਼ਬਦ ਅਵਤਾਰ ਗੁਰੂ ਗਰੀਬ ਨਿਵਾਜ। ਨੇਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਦਇਆ ਸਦਕਾ ਆਪ ਗੁਰੂ ਰੂਪ ਸਾਧ ਸੰਗਤ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਦਰ ਘਰ ਦੀ ਪਵਿੱਤਰ ਸਿਫਤ ਸਲਾਘਾ ਸਰਵਣ ਕਰਨ ਵਾਸਤੇ ਸ਼ਾਮ ਦੀ ਦੀਵਾਨ ਦੀ ਹਾਜ਼ਰੀ ਭਰਦੇ ਹੋ। ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਿਆਂ ਬਣਾਉਂਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਵਿੱਤਰ ਜੀਵਨ ਪ੍ਰਸੰਗ ਕੌਤਕ ਆਪਾਂ ਪਿਛਲੇ ਸਮੇਂ ਤੋਂ ਪੜ੍ਹ ਸੁਣ ਵਿਚਾਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਥਾ ਸੋਭਾ ਮਹਾਰਾਜ ਦੇ ਘਰ ਦੀ ਆਪਾਂ ਸਰਵਣ ਕੀਤੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਰਹਿ ਕਰਕੇ ਜਿਨ੍ਹਾਂ ਗੁਰਮੁਖਾਂ ਸਿੱਖਾਂ ਪ੍ਰੇਮੀਆਂ ਅੰਮ੍ਰਿਤ ਸਰੋਵਰ ਦੀ ਸੇਵਾ ਤੇ ਪਵਿੱਤਰ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਜਿਨ੍ਹਾਂ ਚਿਤ ਲਾ ਕਰਕੇ ਮਹਾਰਾਜ ਦੇ ਘਰ ਦੀ ਸੇਵਾ ਕੀਤੀ, ਸੱਚੇ ਪਾਤਸ਼ਾਹ ਜੀਆਂ ਹਰਿਮੰਦਰ ਸਾਹਿਬ ਦੀ ਉਸਾਰੀ ਤੋਂ ਬਾਅਦ ਸਾਰੇ ਗੁਰਸਿੱਖਾਂ ਨੂੰ ਉੱਚ ਪਦਵੀਆਂ ਦੇ ਨਾਲ ਨਿਵਾਜਣਾ ਕੀਤਾ। ਜਿਵੇਂ ਭਾਈ ਭਗਤੂ ਜੀ, ਇਹਨਾਂ ਨੂੰ ਮਹਾਰਾਜ ਨੇ ਜੀਵਨ ਮੁਕਤ ਦੀ ਪਦਵੀ ਦਿੱਤੀ। ਜਿਹੋ ਜੀ ਕਵੀ ਜੀ ਕਹਿੰਦੇ ਕਿਸੇ ਨੇ ਸੇਵਾ ਕੀਤੀ, ਜਿੱਦਾਂ ਦਾ ਮਹਾਰਾਜ ਨੇ ਕੋਈ ਅਧਿਕਾਰੀ ਵੇਖਿਆ ਵੈਸੀ ਹਜ਼ੂਰ ਨੇ ਮਿਹਰਾਮਤ ਕੀਤੀ। ਭਾਈ ਬਹਿਲੋ ਜੀ ਨੂੰ ਮਹਾਰਾਜ ਨੇ ਪਹਿਲੋਂ ਦਾ ਖਿਤਾਬ ਦਿੱਤਾ। ਭਾਈ ਬਹਿਲੋ ਸਭ ਤੋਂ ਪਹਿਲੋਂ ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਸ ਤੋਂ ਬਾਅਦ ਬੜੇ ਸਿੱਖਾਂ ਨੂੰ ਮਹਾਰਾਜ ਨੇ ਵਡਿਆਈਆਂ ਬਖਸ਼ਿਸ਼ ਕੀਤੀਆਂ। ਭਾਈ ਬਹਿਲੋ ਜੀ ਨੂੰ ਆ ਜਿੰਨੇ ਕੋਈ ਆ ਗੁਪਤ ਰੂਹਾਂ ਭੂਤ ਪ੍ਰੇਤ ਆਦਿਕ ਹੈ, ਇਹਨਾਂ ਸਾਰਿਆਂ ਦਾ ਮੋਹਰੀ ਬਣਾਇਆ।
ਵੀ ਇਹ ਸਾਰੇ ਚਾਰੇ ਦਿਸ਼ਾਵਾਂ ਦੇ ਭੂਤ ਪ੍ਰੇਤ ਆਦਿਕ ਜਿਹੜੇ ਐ ਇਹ ਤੇਰੇ ਭੈ ਵਿੱਚ ਰਿਹਾ ਕਰਨਗੇ, ਤੁਹਾਡੀ ਅੰਸ ਬੰਸ ਦੀ ਸੇਵਾ ਕਰਿਆ ਕਰਨਗੇ। ਤੇ ਇਸ ਤਰ੍ਹਾਂ ਹੀ ਉਹ ਹੁੰਦਾ ਰਿਹਾ। 10ਵੇਂ ਪਾਤਸ਼ਾਹ ਨੇ ਜਾ ਕਰਕੇ ਫਿਰ ਇਹ ਵਰਦਾਨ ਤੋੜ ਕੇ ਉਹਨਾਂ ਸਾਰਿਆਂ ਪ੍ਰੇਤਾਂ ਆਦਿਕ ਨੂੰ ਆਜ਼ਾਦ ਕਰਵਾਇਆ ਕੀਤਾ ਸੀ ਮਹਾਰਾਜ ਨੇ। ਇਸ ਤਰ੍ਹਾਂ ਬੇਅੰਤ ਸਿੱਖ ਜਿੰਨੀ ਕੁ ਕਿਸੇ ਸੇਵਾ ਕੀਤੀ, ਮਹਾਰਾਜ ਨੇ ਵੈਸੇ ਵੈਸੇ ਵਰਦਾਨ ਬਖਸ਼ਿਸ਼ ਕੀਤੇ। ਤੋ ਇਹ ਪ੍ਰਸੰਗ ਆਪਾਂ ਕੱਲ੍ਹ ਦੀ ਬਾਣ ਵਿੱਚ ਸਰਵਣ ਕੀਤਾ। ਫਿਰ ਮਹਾਰਾਜ ਨੇ ਵਰਦਾਨ ਦਿੱਤੇ ਕਿ ਭਾਈ ਅੰਮ੍ਰਿਤ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰੇਗਾ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇਗਾ, ਭਰੋਸਾ ਰੱਖੇਗਾ, ਇੱਥੇ ਬਾਣੀ ਪੜ੍ਹੇਗਾ, ਸੁਣੇਗਾ, ਜੋ ਵੀ ਉਹਦੇ ਮਨ ਵਿੱਚ ਫੁਰਨਾ ਹੋਵੇਗਾ ਪੂਰਾ ਹੋਇਆ ਕਰੇਗਾ। ਬਾਕੀ ਜੇ ਕੋਈ ਰੁਝੇਵਿਆਂ ਕਰਕੇ ਨੇਤਾ ਪ੍ਰਤੀ ਦਰਸ਼ਨ ਇਸ਼ਨਾਨ ਨਹੀਂ ਕਰ ਸਕਦਾ ਅੰਮ੍ਰਿਤ ਸਰੋਵਰ ਦਾ, ਹਰਿਮੰਦਰ ਸਾਹਿਬ ਦਾ, ਉਹ ਫਿਰ ਇਉਂ ਕਰਿਆ ਕਰੇ ਵੀ ਇੱਕ ਦੀਪਮਾਲਾ ਭਾਵ ਦੀਵਾਲੀ ਤੇ ਦੂਜੀ ਵਿਸਾਖੀ, ਇਹਨਾਂ ਦੋ ਪੁਰਬਾਂ ਤੇ ਆਇਆ ਕਰੇ, ਇਸ਼ਨਾਨ ਕਰਿਆ ਕਰੇ। ਤੇ 68 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਮਿਲੇਗਾ। ਫਲ ਕਿਉਂ ਮਿਲੇਗਾ 68 ਤੀਰਥਾਂ ਦੇ ਇਸ਼ਨਾਨ ਜਿੰਨਾ? ਜਾਂ ਮਹਾਰਾਜ ਕਹਿੰਦੇ ਹੋਏਗਾ ਵੀ ਮੰਨ ਲਓ ਵੀ ਸਾਰਾ ਸਾਲ ਹੀ ਉਹ ਗੁਰਮੁਖ ਪ੍ਰੇਮੀ ਰੋਜ਼ ਇਸ਼ਨਾਨ ਕਰਦਾ ਰਿਹਾ, ਇੰਨਾ ਇਹ ਦੋ ਪੁਰਬਾਂ ਤੇ ਕੋਈ ਇਸ਼ਨਾਨ ਕਰ ਲਵੇ ਤੇ ਫਲ ਮਿਲੇਗਾ। ਉਹ ਇਸ ਲਈ ਇਹਨਾਂ ਦੋਹਾਂ ਪੁਰਬਾਂ ਤੇ ਮਹਾਰਾਜ ਕਹਿੰਦੇ 68 ਤੀਰਥ ਪਾਪੀ ਮਨੁੱਖਾਂ ਦੁਆਰਾ ਉਹਨਾਂ ਵਿੱਚ ਪਾਈ ਹੋਈ ਮੈਲ ਇਸ਼ਨਾਨ ਕਰਕੇ ਉਹ ਲਾਹੁਣ ਵਾਸਤੇ ਇੱਥੇ ਹਰਿਮੰਦਰ ਸਾਹਿਬ ਆਇਆ ਕਰਦੇ ਹੈ। ਇਸ ਲਈ ਗੰਗਾ ਤੋਂ ਆਦਿਕ ਜਿਹੜੇ ਵੱਡੇ ਮਹਾਨ ਤੀਰਥ ਹੈ ਭਾਰਤ ਵਰਸ਼ ਦੇ, ਇਹ ਸਾਰੇ ਵੱਖ ਵੱਖ ਰੂਪ ਧਾਰ ਕੇ ਇਸਤਰੀਆਂ ਪੁਰਖਾਂ ਦੇ ਤੇ ਉਹ ਇਸ਼ਨਾਨ ਕਰਦੇ ਆ ਵਿਸਾਖੀ ਤੇ ਦੀਵਾਲੀ ਤੇ, ਆਪਦਾ ਭਲਾ ਲੋਚਦੇ ਹੈ ਮਹਾਰਾਜ ਦੇ ਘਰੋਂ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰ ਖਾਲਸਾ ਜੀ ਸਾਰਿਆਂ ਤੋਂ ਵੱਡਾ ਹੈ। ਤੇ ਆਪਾਂ ਨੂੰ ਹੁਣ ਚਾਹੇ ਨਹੀਂ ਪਤਾ ਲੱਗਦਾ, ਆਪਾਂ ਕਿਹੜਾ ਉੱਥੇ ਸਾਰਿਆਂ ਨੂੰ ਜਾਣਦੇ ਹੁੰਦੇ ਹਾਂ, ਕੀ ਪਤਾ ਕਿਹੜਾ ਤੀਰਥ ਕਿਹੜਾ ਰੂਪ ਧਾਰ ਕੇ ਉੱਥੇ ਇਸ਼ਨਾਨ ਕਰੀ ਜਾਂਦਾ। ਵੀ ਜਿੰਨੇ ਲੋਕ ਉੱਥੇ ਆਉਂਦੇ ਸੰਗਤ, ਆਪਾਂ ਸਾਰਿਆਂ ਨੂੰ ਤਾਂ ਨਹੀਂ ਨਾ ਜਾਣਦੇ, ਤੇ ਕੀ ਪਤਾ ਉਹਨਾਂ ਵਿੱਚ ਗੰਗਾ ਕੌਣ ਹੈ, ਤ੍ਰਿਵੇਣੀ, ਪ੍ਰਾਗਰਾਜ, ਇਹ ਤੀਰਥ ਕਿਹੜਾ। ਵੱਖੋ ਵੱਖਰੇ ਰੂਪ ਧਾਰ ਕੇ ਮਨੁੱਖਾਂ ਦੇ ਹੀ ਭੁਲੇਖੇ ਪਾ ਕੇ ਤੇ ਇਸ਼ਨਾਨ ਕਰ ਜਾਂਦੇ ਆ, ਆਪਣੀ ਮੈਲ ਲਾ ਜਾਂਦੇ ਹਨ। ਇਸ ਤਰ੍ਹਾਂ ਦੀ ਸੋਭਾ ਆਪਾਂ ਕੱਲ੍ਹ ਹਰਿਮੰਦਰ ਸਾਹਿਬ ਦੀ ਤੇ ਅੰਮ੍ਰਿਤਸਰ ਸਰੋਵਰ ਦੀ ਸਰਵਣ ਕੀਤੀ। ਅੱਗੇ ਸਾਧ ਸੰਗਤ ਜੀ ਫਿਰ ਪ੍ਰਸੰਗ ਆ ਰਹੇ ਆ ਵੀ ਸਿੱਖਾਂ ਨੇ ਸੇਵਾ ਤਾਂ ਬੜੀ ਕੀਤੀ ਸੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੀ ਖੁਦਾਈ ਵੇਲੇ, ਪਰ ਕੋਈ ਵਿਰਲਾ ਹੈ ਜਿਹਨੂੰ ਹੰਕਾਰ ਨਾ ਆਵੇ। ਇਹ ਸੁਭਾਅ ਹੀ ਹੈ, ਸੇਵਾ ਜਦੋਂ ਕਰੀਏ ਨਾ ਫਿਰ ਮੱਲੋ ਮੱਲੀ ਹੰਕਾਰ ਆ ਜਾਂਦਾ। ਤੇ ਗੁਰੂ ਜੀ ਨਹੀਂ ਚਾਹੁੰਦੇ ਸਿੱਖ ਵਿੱਚ ਹੰਕਾਰ ਆਵੇ। ਇਹ ਅੰਮ੍ਰਿਤਸਰ ਸਾਹਿਬ ਸੇਵਾ ਕਰਨ ਵਾਲੇ ਸਿੱਖਾਂ ਵਿੱਚ ਵੀ ਹੰਕਾਰ ਆ ਗਿਆ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਫਿਰ ਉਹ ਹੰਕਾਰ ਦੀ ਨਿਵਰਤੀ ਕੀਤੀ। ਆਖਿਆ ਫਿਰ ਬਾਬਾ ਬੁੱਢਾ ਜੀ ਤੁਸੀਂ ਇਹਨਾਂ ਨੂੰ ਦੱਸੋ ਵੀ ਸਿੱਖੀ ਕਿਵੇਂ ਕਮਾਈ ਜਾਂਦੀ। ਭਾਈ ਲਹਿਣਾ ਜੀ ਨੇ ਕਿਵੇਂ ਸਿੱਖੀ ਕਮਾਈ, ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਆਂ, ਕਸਵੱਟੀ ਤੇ ਕਿਵੇਂ ਪੂਰੇ ਉਤਰੇ, ਉਹ ਸਾਰੀ ਕਥਾ ਇਹਨਾਂ ਨੂੰ ਸੁਣਾਓ। ਤੇ ਬਾਬਾ ਬੁੱਢਾ ਸਾਹਿਬ ਦੀਆਂ ਸਤ ਸੰਗਤ ਦੀ ਅੱਖੀਂ ਵੇਖਿਆ ਸਾਰਾ ਹਾਲ ਪਰਖ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਕਰਤਾਰਪੁਰ ਰਹਿਣ ਸਮੇਂ ਉਹ ਸਾਰਾ ਫਿਰ ਇਹਨਾਂ ਸਿੱਖਾਂ ਨੂੰ ਸੁਣਾਇਆ ਸੀ। ਫਿਰ ਇਹਨਾਂ ਕੰਨਾਂ ਨੂੰ ਹੱਥ ਲਾਏ ਵੀ ਸੱਚੀ ਗੱਲ ਹੈ ਵੀ ਅਸੀਂ ਥੋੜ੍ਹੀ ਜਿਹੀ ਸੇਵਾ ਕਰਕੇ ਬੜੇ ਫੁੱਲੇ ਫਿਰਦੇ ਹਾਂ, ਸੇਵਾ ਕਰਨ ਵਾਲੇ ਬੜੇ ਬੜੇ ਪਏ ਹੈ। ਇਹ ਪ੍ਰਸੰਗ ਅੱਗੇ ਆ ਰਹੇ ਆ, ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਮਹਿਮਾ ਕਹਿ ਭਾਰੀ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਬੜੀ ਮਹਿਮਾ ਸਰੋਵਰ ਦੀ ਆਖੀ ਵੀ 68 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਮਿਲੇਗਾ ਜਿਹੜਾ ਦੀਵਾਲੀ ਅਤੇ ਵਿਸਾਖੀ ਤੇ ਇਸ਼ਨਾਨ ਕਰੇਗਾ। ਹੋਰ ਬੜੀ ਮਹਿਮਾ ਗਾਈ ਹੈ। ਹਰ ਮੰਦਰ ਕੇ ਬੈਠ ਮਝਾਰੀ। ਤੇ ਨਿਤਾ ਪ੍ਰਤੀ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਦੇ ਵਿੱਚ ਸਜਦੇ ਹਨ। ਇੱਕ ਦਿਨ ਬੈਠੇ ਸਭਾ ਲਗਾਏ। ਇਸ ਤਰ੍ਹਾਂ ਇੱਕ ਦਿਨ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦੀਵਾਨ ਸਜ ਰਿਹਾ ਹੈ। ਹਜੂਰ ਸਭਾ ਸਿੱਖਾਂ ਦੀ ਵਿੱਚ ਬੈਠੇ ਹਨ। ਕੇਤਿਕ ਸਿੱਖ ਰਹੇ ਗਰਬਾਏ। ਤੇ ਕਿੰਨੇ ਕੁ ਸਿੱਖ ਜਾਂ ਕੁਝ ਕੁ ਸਿੱਖ ਜਿਹੜੇ ਐ ਸੇਵਾ ਜਿਨ੍ਹਾਂ ਸਰੋਵਰ ਪਟਾਈ ਵੇਲੇ ਕੀਤੀ ਹਰਿਮੰਦਰ ਬਣੇ ਵੇਲੇ, ਉਹ ਬੜੇ ਆਪਸ ਦੇ ਵਿੱਚ ਨਾ ਗੱਲਾਂ ਕਰ ਕਰਕੇ ਕੁਝ ਹੰਕਾਰ ਸਿੱਖਾਂ ਵਿੱਚ ਸੇਵਾ ਕਰਕੇ ਆਇਆ ਹੈ। ਹਮਹਾ ਸੇਬ ਬਹ ਸਰ ਕੀ ਕੀਨ। ਤੇ ਉਹ ਕਹਿੰਦੇ ਐ ਆਪਸ ਵਿੱਚ ਸਿੱਖ ਇੱਕ ਦੂਜੇ ਨੂੰ ਕਿ ਭਾਈ ਮੈਂ ਬੜੀ ਸਰੋਵਰ ਦੀ ਸੇਵਾ ਕੀਤੀ, ਸਾਡੇ ਪਰਿਵਾਰ ਨੇ ਤੌਬਾ ਤੌਬਾ ਬੜੀ ਸੇਵਾ ਕੀਤੀ ਹੈ ਇਸ ਸਰੋਵਰ ਦੀ। ਨਿਸ ਦਿਨ ਬੀਤਤ ਕੋ ਨਹਿ ਚੀਨ। ਵੀ ਦਿਨ ਰਾਤ ਕਿਵੇਂ ਲੰਘੀ ਗਏ, ਕਿੰਨੇ ਮਹੀਨੇ ਲੰਘ ਗਏ ਸੇਵਾ ਕਰਦਿਆਂ, ਸਾਨੂੰ ਕੁਝ ਪਤਾ ਨਹੀਂ ਲੱਗਾ ਹੈ। ਤਿਨ ਕੇ ਮਨ ਕੀ ਸਤਿਗੁਰ ਜਾਨੀ। ਤੇ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਸਾਰਿਆਂ ਦੇ ਮਨ ਦੀ ਜਾਣਦੇ ਆ ਵੀ ਇਹਨਾਂ ਦੇ ਵਿੱਚ ਹੰਕਾਰ ਆ ਗਿਆ ਹੈ। ਸ਼੍ਰੀ ਮੁਖ ਤੇ ਬ੍ਰਿਧ ਸੋ ਕਹਿ ਬਾਨੀ। ਤੇ ਸਿੱਖਾਂ ਦੇ ਹੰਕਾਰ ਨੂੰ ਨਾਸ਼ ਕਰਨ ਵਾਸਤੇ ਸੱਚੇ ਪਾਤਸ਼ਾਹ ਜੀਆਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਤਰ੍ਹਾਂ ਬੋਲੇ ਆ। ਸ਼੍ਰੀ ਨਾਨਕ ਸਿੱਖ ਪਰਖੇ ਜਬੈ। ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਬਜ਼ੁਰਗੋ, ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਤਲੇ ਸਮੇਂ ਸਿੱਖਾਂ ਦੀ ਪਰਖ ਕੀਤੀ ਸੀ। ਕੋ ਸਾਬਤ ਸਿੱਖ ਨਿਭਿਓ ਤਬੈ। ਤੇ ਦੱਸੋ ਖਾਂ ਭਲਾ ਵੀ ਕਿਹੜਾ ਸਿੱਖ ਉਦੋਂ ਨਿਕਲਿਆ ਸੀ ਪੂਰਾ? ਵੀ ਸਿੱਖ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ 4-5 ਕਰੋੜ ਸਿੱਖ ਸਜਿਆ ਸੀ। ਤੇ ਕਰਤਾਰਪੁਰ ਰਹਿਣ ਵਾਲੇ ਸਿੱਖਾਂ ਦੀ ਵੀ ਹਜ਼ਾਰਾਂ ਵਿੱਚ ਗਿਣਤੀ ਸੀ। ਇਹਨਾਂ ਹਜ਼ਾਰਾਂ ਲੱਖਾਂ ਸਿੱਖਾਂ ਦੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਰਖ ਕੀਤੀ, ਪਰਚਾ ਪਾਇਆ, ਤੇ ਬਾਬਾ ਜੀ ਤੁਸੀਂ ਉਦੋਂ ਉੱਥੇ ਹੀ ਸੀ, ਦੱਸੋ ਭਲਾ ਇਹਨਾਂ ਸਿੱਖਾਂ ਨੂੰ ਵੀ ਉਦੋਂ ਕਿਹੜਾ ਫਿਰ ਪੂਰਾ ਉਤਰਿਆ ਸੀ? ਸ਼੍ਰੀ ਅੰਗਦ ਕੋ ਗੁਰਤਾ ਦਈ। ਕਿਵੇਂ ਭਾਈ ਲਹਿਣਾ ਜੀ ਪੂਰੇ ਉਤਰੇ ਪਰਖ ਵਿੱਚ, ਤੇ ਕਿਵੇਂ ਫਿਰ ਮਹਾਰਾਜ ਨੇ ਖੁਸ਼ ਹੋ ਕੇ ਗੁਰਿਆਈ ਬਖਸ਼ੀ ਸੀ। ਤਬ ਸਿੱਖੀ ਪਰਖਣ ਕਿਮ ਕਈ। ਉਦੋਂ ਦੀ ਵਾਰਤਾ ਦੱਸੋ ਕਿਵੇਂ ਧੰਨ ਗੁਰੂ ਨਾਨਕ ਮਹਾਰਾਜ ਨੇ ਸਿੱਖਾਂ ਦੀ ਸਿੱਖੀ ਪਰਖੀ ਸੀ। ਸੋ ਪ੍ਰਸੰਗ ਸਭ ਦੇਹੋ ਸੁਨਾਈ। ਉਹ ਸਾਰਾ ਪ੍ਰਸੰਗ ਬਾਬਾ ਜੀ ਅੱਜ ਸੰਗਤਾਂ ਨੂੰ ਤੁਸੀਂ ਸੁਣਾਉਣਾ ਕਰੋ। ਤਵ ਸਮੇਤ ਜਿਮ ਸਿੱਖ ਸਮੁਦਾਈ। ਜਿਵੇਂ ਤੁਹਾਡੇ ਸਮੇਤ ਸਾਰੇ ਜਿੰਨੇ ਸਿੱਖ ਉੱਥੇ ਰਹਿਣ ਵਾਲੇ ਸੀ, ਤੁਸੀਂ ਉਹਨਾਂ ਦੇ ਵਿੱਚ ਸੀ, ਦੱਸੋ ਖਾਂ ਭਲਾ ਕਿਹੜਾ ਪਰਖ ਵਿੱਚ ਪੂਰਾ ਉਤਰਿਆ ਸੀ? ਇਮ ਸੁਣ ਕੈ ਬਾਨੀ ਗੁਰ ਕੇਰੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖੋਂ ਬਚਨ ਸੁਣੇ ਬਾਬਾ ਜੀ ਨੇ। ਭਾਈ ਬ੍ਰਿਧ ਕਹਿਓ ਤਿਸ ਬੇਰੀ। ਤੇ ਭਾਈ ਬਾਬਾ ਬੁੱਢਾ ਸਾਹਿਬ ਜੀ ਫਿਰ ਮਹਾਰਾਜ ਦਾ ਬਚਨ ਸੁਣ ਕੇ ਬੋਲੇ ਹਨ। ਤੁਮ ਅੰਤਰ ਜਾਮੀ ਸਭ ਜਾਨੋ। ਹਾਂ ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਉਸ ਤਰ੍ਹਾਂ ਤਾਂ ਤੁਸੀਂ ਅੰਤਰਜਾਮੀ ਹੋ, ਸਾਰਿਆਂ ਦੇ ਮਨ ਦੀ ਜਾਣਦੇ ਹੋ, ਤੇ ਇਹ ਵੀ ਸਾਖੀ ਤੁਸੀਂ ਜਾਣਦੇ ਹੀ ਹੋਵੋਗੇ, ਤੁਸੀਂ ਗੁਰੂ ਨਾਨਕ ਸਰੂਪ ਹੋ। ਅਪਰ ਸੁਨਾਵਨ ਕੀ ਇਛ ਠਾਨੋ। ਪਰ ਗੱਲ ਇਹ ਹੈ ਵੀ ਮੈਂ ਜਾਣਦੇ ਹਾਂ ਅਸੀਂ ਵੀ ਤੁਸੀਂ ਹੋਰਾਂ ਨੂੰ ਸੁਣਾਉਣ ਦੀ ਇੱਛਾ ਵੀ ਆ, ਸਿੱਖਾਂ ਵਿੱਚ ਹੰਕਾਰ ਜਿਹਾ ਆਇਆ ਹੋਇਆ ਹੈ, ਇਸ ਲਈ ਸਾਡੇ ਮੂੰਹੋਂ ਸਾਖੀ ਸੁਣਨੀ ਚਾਹੁੰਦੇ ਹੋ ਤੇ ਸੁਣਾਉਣੀ ਸਿੱਖਾਂ ਨੂੰ ਹੈ ਤੁਸੀਂ ਅਸਲ ਵਿੱਚ, ਹੋਰ ਨਹੀਂ ਤਾਂ ਤੁਹਾਨੂੰ ਕੀ ਲੁਕਿਆ ਹੋਇਆ ਤੁਸੀਂ ਸਭ ਜਾਣਦੇ ਹੋ। ਆਸ਼ਾ ਜਾਨ ਆਪ ਕੋ ਕਹਾਂ। ਤੇ ਮਾਰੇ ਤੁਹਾਡਾ ਆਸ਼ਾ ਜਿਹਾ ਜਾਣ ਕੇ, ਇੱਛਾ ਜੀ ਜਾਣ ਕੇ ਵੀ ਸਾਖੀ ਸੁਣਾਓ, ਤੇ ਮੈਂ ਮਹਾਰਾਜ ਜ਼ਰੂਰ ਉਹ ਸਾਖੀ ਸੁਣਾਉਂਦਾ ਹਾਂ। ਸੁਣਾ ਸਕਲ ਮੈਂ ਜਿਸ ਬਿਦ ਲਹਾਂ। ਤੇ ਹਾਂ ਹੇ ਸੱਚੇ ਪਾਤਸ਼ਾਹ ਜੀ ਲਓ ਸੁਣੋ ਫਿਰ ਸਾਖੀ
ਜਿਵੇਂ ਮੈਂ ਜਾਣੀ ਤੇ ਅੱਖੀਂ ਵੇਖੀ ਸੀ ਉਸ ਸਮੇਂ। ਦੋਹਰਾ ਸ਼੍ਰੀ ਨਾਨਕ ਕੀ ਬਾਰਤਾ। ਸੁਣਾਉਣ ਲੱਗੇ ਖਾਲਸਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਕਹਿੰਦੇ ਹੇ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਵਾਰਤਾ ਬਿਰਤਾਂਤ ਹੈ। ਅਦਭੁਤ ਸੁਨੋ ਮਹਾਨ। ਮਹਾਰਾਜ ਸੁਣੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖਾਂ ਨੂੰ ਪਰਖਣ ਦੀ ਸਾਖੀ ਜੋ ਪਰਖਣ ਕਰ ਸਭ ਰੀਤ ਸੋ। ਉਹ ਅਦਭੁਤ ਸਾਖੀ ਅਚਰਜ ਮਹਾਰਾਜ ਕੌਤਕ ਸੁਣੋ। ਗੁਰੂ ਨਾਨਕ ਦੇਵ ਮਹਾਰਾਜ ਦੇ ਕਿਵੇਂ ਸਿੱਖਾਂ ਦੀ ਪਰਖ ਕੀਤੀ ਸੀ ਅੰਗਦ ਪਰਮ ਸੁਜਾਨ। ਤੇ ਕਿਵੇਂ ਭਾਈ ਲਹਿਣਾ ਜੀ ਅਥਵਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵੱਡੇ ਸੁਗੜ ਸੁਜਾਨ ਸਿਆਣੇ ਇਸ ਦੇ ਵਿੱਚੋਂ ਪੂਰੇ ਨਿਕਲੇ ਸਨ। ਚੌਪਈ ਇੱਕ ਦਿਨ ਹਮ ਤੀਨੋਂ ਸੰਗ ਗਏ। ਫਿਰ ਹੁਣ ਬਾਬਾ ਬੁੱਢਾ ਸਾਹਿਬ ਜੀ ਖਾਲਸਾ ਜੀ ਹੁਣ ਇਉਂ ਜਾਣਨਾ ਵੀ ਸਾਰੀ ਸਾਖੀ ਜਿਹੜੀ ਆ ਨਾ ਹੁਣ ਚੱਲੇਗੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਮ੍ਰਿਤਸਰ ਸਾਹਿਬ ਸੁਣਾ ਰਹੇ ਆ। ਸਿੱਖਾਂ ਦਾ ਹੰਕਾਰ ਦੂਰ ਕਰਨ ਵਾਸਤੇ ਮਹਾਰਾਜ ਇਹ ਆਪ ਕਾਹਦੀ ਸੁਣਨੀ, ਮਹਾਰਾਜ ਤਾਂ ਜਾਣਦੀ। ਸਿੱਖਾਂ ਨੂੰ ਇਹ ਸੁਣਾ ਰਹੇ ਵੀ ਸਿੱਖੀ ਐ ਹੁੰਦੀ ਆ ਭਾਈ ਸੇਵਾ। ਇੱਕ ਦਿਨ ਦੀ ਗੱਲ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਸੁਣੋ, ਇੱਕ ਦਿਨ ਦੀ ਗੱਲ ਹੈ, ਅਸੀਂ 3 ਜਣੇ ਮਹਾਰਾਜ ਦੇ ਨਾਲ ਸਾਂ ਸਤਿਗੁਰੂ ਨਾਨਕ ਦੇਵ ਜੀ ਦੇ। ਨਦੀ ਪ੍ਰਵੇਸ਼ ਗੁਰੂ ਜੀ ਭਏ। ਤੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਨਦੀ ਵਿੱਚ ਪ੍ਰਵੇਸ਼ ਹੋ ਗਏ ਸਨ। ਨਦੀ ਵਿੱਚ ਭਾਵ ਚੋਲਾ ਲਾ ਕੇ ਤੇ ਨਦੀ ਵਿੱਚ ਇਸ਼ਨਾਨ ਕਰਨ ਵੜ ਗਏ ਐ। ਇੱਕ ਸ਼੍ਰੀ ਅੰਗਦ ਦੁਤੀ ਭਗੀਰਥ। ਤੇ ਅਸੀਂ ਮਹਾਰਾਜ ਕੌਣ ਕੌਣ ਸੀ ਨਾਲ ਸਤਿਗੁਰਾਂ ਦੇ? ਇੱਕ ਤਾਂ ਸੀ ਭਾਈ ਲਹਿਣਾ ਜੀ, ਦੂਜੇ ਭਾਈ ਭਗੀਰਥ ਜੀ ਸਨ। ਮੈਂ ਜੁਤ ਸੇਵਤ ਭੇ ਗੁਰ ਤੀਰਥ। ਤੇ ਇੱਕ ਮੈਂ ਸੀ ਨਾਲ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ। ਇੱਕ ਮੈਂ ਦਾਸ, ਇੱਕ ਸ਼੍ਰੀ ਲਹਿਣਾ ਜੀ, ਇੱਕ ਭਾਈ ਭਗੀਰਥ ਜੀ ਤੇ ਇੱਕ ਭਾਈ ਸਧਾਰਨ ਜੀ। 3 ਅਸੀਂ, ਚੌਥੇ ਸ਼੍ਰੀ ਲਹਿਣਾ ਜੀ ਸਤਿਗੁਰਾਂ ਦੇ ਨਾਲ ਗਏ ਤੇ ਗਰੀਬ ਨਵਾਜ ਚੋਲਾ ਲਾਇਆ ਤੇ ਰਾਵੀ ਨਦੀ ਦੇ ਵਿੱਚ ਇਸ਼ਨਾਨ ਕਰਨ ਵੜ ਗਏ ਐ। ਓਰਣ ਕੀ ਬਰਖਾ ਤਬ ਭਈ। ਤੇ ਇਸ ਤਰ੍ਹਾਂ ਅਸੀਂ ਸਾਰੇ ਸਾਡੇ ਸਮੇਤ ਮੇਰੇ ਗੁਰੂ ਨਾਨਕ ਪਾਤਸ਼ਾਹ ਤੀਰਥ ਰੂਪ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਸੀਂ ਸੇਵਾ ਵਿੱਚ ਹਾਜ਼ਰ, ਅਸੀਂ ਚਾਰੇ ਸੀ ਮਹਾਰਾਜ ਦੇ ਨਾਲ। 5ਵੇਂ ਸਤਿਗੁਰੂ ਆਪ ਸਨ। ਤੇ ਇਸ ਤਰ੍ਹਾਂ ਮਹਾਰਾਜ ਆਪ ਤਾਂ ਨਦੀ ਵਿੱਚ ਇਸ਼ਨਾਨ ਕਰਨ ਵੜ ਗਏ ਤੇ ਗੜਿਆਂ ਦੀ ਉੱਤੋਂ ਬਰਖਾ ਹੋਣ ਲੱਗੀ, ਬੜੇ ਗੜੇ ਪੈਣ ਲੱਗੇ ਆ। ਸੀਤਲਤਾ ਹਮਕੋ ਚੜ ਗਈ। ਤੇ ਮਹਾਰਾਜ ਨੇ ਇਹੋ ਜਿਹਾ ਕੌਤਕ ਵਰਤਾਇਆ, ਉਹ ਗੜੇ ਪੈਣ ਲੱਗੇ। ਗੜਿਆਂ ਦੀ ਠੰਡ ਸਾਨੂੰ ਬੜੀ ਚੜੀ, ਕਾਂਬਾ ਛਿੜਨ ਲੱਗਿਆ ਹੈ। ਤਬ ਦੋਨੋਂ ਗ੍ਰਹਿ ਕੋ ਚਲ ਆਏ। ਵਾਹਿਗੁਰੂ ਇੱਥੇ ਕਹਿੰਦੇ ਭਾਈ ਭਗੀਰਥ ਜੀ ਨਾਲ ਸਨ, ਸਧਾਰਨ ਜੀ ਨਹੀਂ ਨਾਲ ਸਨ। ਇੱਕ ਭਾਈ ਭਗੀਰਥ ਜੀ, ਸ਼੍ਰੀ ਲਹਿਣਾ ਜੀ ਤੇ ਇੱਕ ਸਾਧ ਸੰਗਤ ਜੀ ਬਾਬਾ ਬੁੱਢਾ ਸੀ ਜੀ ਕਹਿੰਦੇ ਅਸੀਂ ਨਾਲ ਸੀ। ਤੇ ਅਸੀਂ ਤਿੰਨੇ ਕਿਨਾਰੇ ਬੈਠੇ, ਮਹਾਰਾਜ ਨਦੀ ਵਿੱਚ ਪ੍ਰਵੇਸ਼ ਕਰ ਗਏ। ਜਦੋਂ ਗੜੇ ਪਏ ਭਾਈ ਭਗੀਰਥ ਜੀ ਤੇ ਬਾਬਾ ਜੀ ਕਹਿੰਦੇ ਅਸੀਂ ਠੰਡ ਤੋਂ ਡਰਦੇ ਮਾਰੇ ਫਿਰ ਘਰ ਨੂੰ ਮੁੜ ਗਏ, ਭਾਵ ਕਰਤਾਰਪੁਰ ਨਗਰ ਵਿੱਚ ਆ ਗਏ ਸਾਂ। ਸੀਤ ਬਿਦਾਰਿਓ ਅਗਨਤ ਪਾਏ। ਤੇ ਅਸੀਂ ਅੱਗ ਬਾਲੀ ਉੱਥੇ ਜਾ ਕੇ ਮਹਾਰਾਜ ਦੇ ਘਰ ਵਿੱਚ ਧਰਮਸ਼ਾਲਾ ਕਰਤਾਰਪੁਰ ਸਾਹਿਬ ਬਾਲ ਕੇ ਅੱਗ ਆਪਦੀ ਠੰਡ ਦੂਰ ਕੀਤੀ ਸੀ। ਸ਼੍ਰੀ ਅੰਗਦ ਕੋ ਮੁਰਛਾ ਭਈ। ਪਰ ਭਾਈ ਲਹਿਣਾ ਜੀ ਨਹੀਂ ਸੀ ਉੱਠੇ ਉੱਥੋਂ। ਮਹਾਰਾਜ ਦੇ ਕੱਪੜੇ ਫੜ ਕੇ ਬੈਠੇ ਰਹੇ ਨਦੀ ਦੇ ਕਿਨਾਰੇ ਤੇ। ਗੜੇ ਪੈ ਪੈ ਕੇ ਸਰੀਰ ਤੇ ਵੱਜ ਵੱਜ ਸਾਰਾ ਸਰੀਰ ਨੀਲਾ ਹੋ ਗਿਆ ਤੇ ਠੰਡ ਪੈਣ ਦੇ ਨਾਲ ਫਿਰ ਮੂਰਛਤ ਹੋ ਗਏ ਸੀ। ਉਹ ਠੰਡ ਦੇ ਨਾਲ ਸੀਤ ਚੜ ਚੜ ਕੇ ਬੇਹੋਸ਼ ਹੋ ਕੇ ਡਿੱਗ ਪਏ ਸਨ। ਬੈਠਿਓ ਰਹਿਓ ਨਾ ਤਨ ਸੁਧ ਲਈ। ਸਰੀਰ ਦੀ ਕੋਈ ਖਬਰ ਨਹੀਂ, ਪਰ ਐ ਨਹੀਂ ਵੀ ਉੱਠ ਕੇ ਚਲੇ ਜਾਈਏ। ਮਹਾਰਾਜ ਦੇ ਕੱਪੜੇ ਫੜ ਕੇ ਵੀ ਮਹਾਰਾਜ ਇੱਥੇ ਬਿਠਾ ਕੇ ਗਏ, ਇੱਥੇ ਹੀ ਬੈਠੇ ਰਹਿਣ। ਉਸੇ ਤਰ੍ਹਾਂ ਬੈਠੇ ਰਹੇ ਸਨ। ਨਿਕਸੇ ਸ਼੍ਰੀ ਨਾਨਕ ਤਿਸ ਥਾਂ ਜਾਨ। ਤੇ ਜਦੋਂ ਫਿਰ ਸੱਚੇ ਪਾਤਸ਼ਾਹ ਜੀ ਨਿਕਲੇ ਆ ਨਾ ਰਾਵੀ ਨਦੀ ਦੇ ਵਿੱਚੋਂ ਇਸ਼ਨਾਨ ਕਰਕੇ ਜਾਨੋ। ਸਭ ਗਤ ਹੇਰ ਪ੍ਰਸੰਨ ਮਹਾਨ। ਤੇ ਗਰੀਬ ਨਵਾਜ ਨੇ ਜਾਣਿਆ ਵੀ ਭਾਈ ਲਹਿਣਾ ਜੀ ਦੂਜੇ ਤਾਂ ਚਲੇ ਗਏ, ਸਾਰੇ ਗੜੇ ਪੈਂਦੇ ਵੇਖ ਕੇ ਬਰਫ਼ ਤੋਂ ਡਰ ਕੇ ਠੰਡ ਨਾਲ, ਤੇ ਭਾਈ ਲਹਿਣਾ ਜੀ ਨਹੀਂ ਗਏ ਤਾਂ ਡਿੱਗੇ ਹੋਏ ਐ।
ਉਸੇ ਤਰ੍ਹਾਂ ਹੀ ਜਿਵੇਂ ਅਸੀਂ ਕਹਿ ਕੇ ਗਏ ਆ, ਇਹਨਾਂ ਹੁਕਮ ਤੇ ਪਹਿਰਾ ਦਿੱਤਾ। ਮਹਾਰਾਜ ਵੇਖ ਕੇ ਬੜੇ ਖੁਸ਼ ਹੋਏ ਆ। ਪੁਨ ਧਾਨਕ ਕੋ ਧਾਰਿਓ ਬੇਸ। ਇੱਕ ਤਾਂ ਇੱਥੇ ਪਰਖ ਹੋਈ ਸੀ ਤੇ ਅਸੀਂ ਤਾਂ ਠੰਡ ਤੋਂ ਡਰਦੇ ਘਰੇ ਚਲੇ ਗਏ ਸੀ। ਕਰਤਾਰਪੁਰ ਧਰਮਸ਼ਾਲਾ ਵਿੱਚ ਭਾਈ ਲਹਿਣਾ ਜੀ ਅੜੇ ਰਹੇ। ਤੇ ਫਿਰ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਰਖ ਕੀਤੀ। ਉਹ ਸਾਂਸੀਆਂ ਵਾਲਾ ਰੂਪ ਮਹਾਰਾਜ ਨੇ ਧਾਰ ਲਿਆ। ਜਿਵੇਂ ਆ ਕੋਈ ਬਿੱਲੇ ਕੁੱਟ ਜੇ ਹੁੰਦੇ ਆ ਨਾ, ਸ਼ਿਕਾਰ ਕਰਨ ਵਾਲੇ, ਬਿੱਲੇ ਮਾਰਨ ਵਾਲੇ, ਗੁਰੂ ਨਾਨਕ ਪਾਤਸ਼ਾਹ ਨੇ ਪਰਖਣ ਵਾਸਤੇ ਇੱਕ ਵਾਰੀ ਇਹੋ ਜਿਹਾ ਰੂਪ ਵੀ ਧਾਰਿਆ ਸੀ। ਜਿਸ ਤੇ ਭਾਗੇ ਸਿੱਖ ਅਸ਼ੇਸ਼। ਤੇ ਬੜੇ ਸਿੱਖ ਜਿਹੜੇ ਸੀ ਨਾ ਭੱਜ ਦੌੜ ਗਏ ਸੀ। ਜਦੋਂ ਮਹਾਰਾਜ ਨੇ ਧਾਨਕ ਦਾ ਰੂਪ ਧਾਰਿਆ ਨਾ, ਸ਼ਿਕਾਰੀਆਂ ਜਿਹਾ ਵਾਲਾ ਭੈੜਾ ਜਿਹਾ ਲਿਬਾਸ ਬਣਾ ਲਿਆ, ਤੇ ਬੜੇ ਸਿੱਖ ਕਹਿੰਦੇ ਮਹਾਰਾਜ ਨਾ ਹੁਣ ਬੁੱਢੇ ਹੋਣ ਕਰਕੇ ਇਸ ਤਰ੍ਹਾਂ ਕਰਦੇ ਆ, ਜਿਹੜਾ ਲਾਗੇ ਆਵੇ ਮਰ ਜਾ, ਇੱਕ ਕੰਡ ਵਿੱਚ ਉਹਦੇ ਡਾਂਗ ਮਾਰਿਆ ਕਰਨ। ਬੜੇ ਸਿੱਖ ਜਿਹੜੇ ਆ ਉਦੋਂ ਮਹਾਰਾਜ ਨੇ ਇਸ ਪਰਖ ਤੋਂ ਪਿੱਛੇ ਮੁੜ ਗਏ ਸੀ, ਘਰਾਂ ਨੂੰ ਮੁੜ ਗਏ ਸਨ। ਜੀਰਨ ਵਸਤਰਨ ਬਾਣ ਪੁਰਾਨਾ। ਮਹਾਰਾਜ ਨੇ ਕੀ ਕੀਤਾ ਵੀ ਉਹ ਸ਼ਿਕਾਰੀਆਂ ਸਾਂਸੀਆਂ ਵਾਲਾ ਰੂਪ ਜਿਹਾ ਧਾਰ ਲਿਆ, ਜਿਹੜੇ ਬਿੱਲੇ ਮਾਰਨੇ ਹੁੰਦੇ ਆ। ਇੱਕ ਤਾਂ ਇਹਨਾਂ ਕੀ ਕੀਤਾ, ਮਹਾਰਾਜ ਨੇ ਵੀ ਪੁਰਾਣਾ ਚੋਲਾ ਪਾ ਲਿਆ, ਪਾਟਾ ਪੁਰਾਣਾ ਜਿਹਾ, ਤੇ ਗਲਿਆ ਹੋਇਆ ਪੁਰਾਣਾ ਜਿਹੜਾ ਵਾਣ ਹੁੰਦਾ ਹੈ। ਸਿਰ ਪਰ ਬੰਦਿਓ ਜਟਾ ਸਮਾਨਾ। ਵੀ ਜਿਵੇਂ ਜਟਾਂ ਜੀਆਂ ਹੁੰਦੀਆਂ ਨਾ ਭਾਰੀਆਂ ਭਾਰੀਆਂ, ਪੁਰਾਣਾ ਵਾਣ ਗਲਿਆ ਹੋਇਆ ਮਹਾਰਾਜ ਨੇ ਸਿਰ ਤੇ ਬੰਨ੍ਹ ਲੈਣਾ ਕੀਤਾ ਹੈ। ਛੀਟ ਛਾਛ ਕੀ ਤਨ ਛਿਟਕਾਈ। ਤੇ ਕੱਚੀ ਲੱਸੀ ਦੇ ਛੱਟੇ ਸਾਰੇ ਸਰੀਰ ਤੇ ਮਾਰ ਲਏ ਹਨ, ਖੱਟੀ ਲੱਸੀ ਦੇ। ਮਖਿਕਾ ਅਨਕ ਭ੍ਰਮਤ ਚਹਕਾਈ। ਤੇ ਜਿਸ ਕਰਕੇ ਬੜੀਆਂ ਮੱਖੀਆਂ ਮਹਾਰਾਜ ਦੇ ਚਾਰ ਚਫੇਰੇ ਸਰੀਰ ਤੇ ਮਖਿਆਲ ਬੈਠੇ, ਮੱਖੀਆਂ ਹੀ ਮੱਖੀਆਂ ਭਿਣਕਦੀਆਂ ਹਨ। ਮੁੰਝ ਮੇਖਲਾ ਕਰ ਕਟ ਮੋਟੀ। ਤੇ ਚੰਗੀ ਮੋਟੀ ਮੋਨੀ ਰੱਸੀ ਲੈ ਕਰਕੇ ਲੱਕ ਦੇ ਦਿਵਾਲੇ ਬੰਨ੍ਹ ਲਈ ਹੈ। ਗਹੀ ਹਾਥ ਮਹਿ ਟੇਢੀ ਸੋਟੀ। ਤੇ ਹੱਥ ਦੇ ਵਿੱਚ ਮਹਾਰਾਜ ਨੇ ਟੇਢੀ ਸੋਟੀ, ਵਿੰਗ ਤੜਿੰਗੀ ਛੋਟੀ ਜੀ ਲੱਕੜ ਫੜ ਲਈ ਹੈ। ਲੈ ਕਰ ਤੀਛਣ ਨੰਗਾ ਛੁਰਾ। ਤੇ ਬਿਲਕੁਲ ਨੰਗਾ ਤਿੱਖਾ ਛੁਰਾ ਇੱਕ ਹੱਥ ਵਿੱਚ ਫੜ ਲਿਆ, ਜਿਵੇਂ ਆ ਬਿੱਲੇ ਮਾਰਨੇ ਹੁੰਦੇ। ਇਹੋ ਜਿਹਾ ਸਰੂਪ ਮਹਾਰਾਜ ਨੇ ਧਾਰ ਲੈਣਾ ਕੀਤਾ ਸੀ। ਸਾਥ ਮੇਖਲਾ ਬੰਧਨ ਕਰਾ। ਤੇ ਉਹ ਛੁਰਾ ਜਿਹਾ ਰੱਸੀ ਨਾਲ ਆਪਦੇ ਕਮਰ ਕੱਸੇ ਬੰਨ੍ਹ ਲੈਣਾ ਕੀਤਾ ਹੈ। ਪਹਿਰੀ ਹਾਡਣ ਮਾਲ ਵਿਸਾਲਾ। ਤੇ ਕੀ ਦਸੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਗਲ ਵਿੱਚ ਹੱਡ ਪਾ ਲਏ। ਹੱਡਾਂ ਦੀ ਮਾਲਾ ਬਣਾ ਕੇ ਨਾ ਸਿੱਖਾਂ ਨੂੰ ਪਰਖਣ ਵਾਸਤੇ, ਤੇ ਆਪਦੇ ਗਲ ਵਿੱਚ ਹੱਡਾਂ ਦੀ ਮਾਲਾ ਪਾ ਲਈ ਲੰਮੀ। ਜਥਾ ਰੁਦਰ ਕੀ ਮੁੰਡਨ ਮਾਲਾ। ਜਿਵੇਂ ਸ਼ਿਵ ਭਗਵਾਨ ਦੇ ਗਲ ਵਿੱਚ ਖੋਪਰੀਆਂ ਦੀ ਮਾਲਾ ਹੁੰਦੀ ਹੈ। ਕੂਕਰ ਸ਼ਰਮਾ ਲੈ ਕਰ ਸਾਥ। ਇੱਕ ਕੁੱਤੀ ਤੇ ਦੋ, ਇੱਕ ਜਿਵੇਂ ਕੁੱਤਾ ਜਿਹਾ ਲੈ ਲਿਆ, ਨਾਲ ਦੋ ਚਾਰ ਕੁੱਤੀਆਂ ਸ਼ਿਕਾਰੀ ਆਪਦੇ ਨਾਲ ਹੱਥ ਫੜ ਲਈਆਂ ਹਨ ਰੱਸੇ। ਸ਼ਿਵ ਕੋ ਰੂਪ ਧਰਿਓ ਗੁਰਨਾਥ। ਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਹਲਾ ਭੈੜਾ ਹੀ ਰੂਪ ਜਿਹੜਾ ਵਾ ਉਹ ਧਾਰ ਲਿਆ ਸੱਚੇ ਪਾਤਸ਼ਾਹ ਜੀਆਂ ਨੇ, ਜਿਹਨੂੰ ਵੇਖ ਕੇ ਡਰ ਆਵੇ। ਇਸ ਤਰ੍ਹਾਂ ਦਾ ਭੈੜਾ ਰੂਪ ਧਾਰ ਲੈਣਾ ਕੀਤਾ ਹੈ। ਹੀਰ ਹੀਰ ਸਗਰੇ ਨਰ ਡਰੇ। ਤੇ ਮਹਾਰਾਜ ਵੇਖ ਵੇਖ ਕੇ ਨਾ ਸਤਿਗੁਰਾਂ ਨੂੰ ਸਾਰੇ ਹੀ ਡਰ ਗਏ ਸੀ। ਸਾਰੇ ਸਿੱਖ ਕੋਈ ਮਹਾਰਾਜ ਦੇ ਲਾਗੇ ਨਹੀਂ ਆਉਂਦਾ, ਜੇ ਆਉਂਦਾ ਤੇ ਮਹਾਰਾਜ ਕੱਢ ਕੇ ਡਾਂਗ ਉਹਦੇ ਕੰਡ ਵਿੱਚ ਮਾਰਦੇ ਸੀ। ਤੇ ਸਾਰੇ ਮਹਾਰਾਜ ਤੋਂ ਭੈ ਖਾਣ ਲੱਗ ਪਏ ਸਨ। ਕਿਆ ਇਹੋ ਕੀਓ ਸ਼ੰਕ ਔਰ ਧਰੇ। ਤੇ ਸਿੱਖਾਂ ਨੇ ਮਨ ਵਿੱਚ ਸੰਸਾ ਕਰ ਲਿਆ ਸੀ ਵੀ ਮਹਾਰਾਜ ਦੀ ਹੁਣ ਬੁੱਧ ਸੁਰਤ ਸਹੀ ਨਹੀਂ ਰਹੀ, ਬਿਰਧ ਹੋਣ ਕਰਕੇ ਇਹ ਹੁਣ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕੀ ਕਰ ਰਹੇ ਹਨ। ਸ਼੍ਰੀ ਅੰਗਦ ਬਿਨ ਸਭ ਪਰਮਾਏ। ਗੱਲ ਕੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਤੋਂ ਬਿਨਾਂ ਸਾਰੇ ਹੀ ਭੁੱਲ ਗਏ ਸੀ ਮਹਾਰਾਜ ਨੂੰ। ਸਾਰਿਆਂ ਨੇ ਪੱਲਾ ਝਾੜ ਦਿੱਤਾ ਸੀ, ਸਭ ਦੇ ਮਨ ਵਿੱਚ ਸ਼ੰਕਾ ਆ ਗਈ ਸੀ। ਰਹੇ ਸਮੀਪ ਨ ਦੂਰ ਪਲਾਏ। ਤੇ ਮਹਾਰਾਜ ਜਦੋਂ ਤੁਰਦੇ ਸੀ ਨਾ ਤੇ ਡਰਦੇ ਹੋਏ ਡਾਂਗ ਤੋਂ ਸਾਰੇ ਪਿੱਛੇ ਤੁਰਦੇ ਸੀ, ਮਹਾਰਾਜ ਤੋਂ 10-15 ਕਦਮ ਪਿੱਛੇ। ਮਹਾਰਾਜ ਅੱਗੇ ਅੱਗੇ ਤੁਰੇ ਜਾਂਦੇ ਰਾਵੀ ਦੇ ਕਿਨਾਰੇ ਕਿਨਾਰੇ, ਤੇ ਦੂਜੇ ਸਿੱਖ ਸਾਰੇ ਸਾਡੇ ਸਣੇ 10-15 ਕਦਮ ਪਿੱਛੇ ਤੁਰਦੇ ਸੀ। ਜੇ ਨਾਲ ਤੁਰਦੇ ਸੀ ਤੇ ਕੇਵਲ ਭਾਈ ਲਹਿਣਾ ਜੀ ਮਹਾਰਾਜ ਨੇ ਛਟੀਆਂ ਡਾਂਗਾਂ ਵੀ ਮਾਰੀਆਂ, ਪਰ ਭਾਈ ਲਹਿਣਾ ਜੀ ਪਿੱਛੇ ਨਹੀਂ ਮੁੜੇ। ਵਾਰ-ਵਾਰ ਕਹਿੰਦੇ ਰਹੇ ਜਿਵੇਂ ਪਿੱਛੇ ਸਿੱਖ ਮੁੜ ਗਏ ਤੂੰ ਵੀ ਮੁੜ ਜਾ। ਪਰ ਹੇ ਗੁਰੂ ਅਰਜਨ ਦੇਵ ਮਹਾਰਾਜ
ਸਾਰੇ ਪਿੱਛੇ ਆਉਂਦੇ ਸੀ, ਥੋੜਾ ਵਕਫਾ ਪਾ ਕੇ ਅੱਧੇ ਤਾਂ ਭੱਜ ਭੁੱਜ ਗਏ ਪਹਿਲਾਂ ਹੀ, ਜਿਹੜੇ ਕੋਈ 10-15 ਰਹਿ ਗਏ ਸੀ, ਕੋਈ 100 ਰਹਿ ਗਿਆ ਸੀ ਜਿਹੜਾ, ਉਹ ਪਿੱਛੇ ਪਿੱਛੇ ਆਉਂਦਾ ਸੀ, ਨੇੜੇ ਨਹੀਂ ਸੀ ਮਹਾਰਾਜ ਦੇ ਜਾਂਦਾ। ਤੇ ਹੈ ਸ਼ੰਕਾ ਸਾਰਿਆਂ ਦੇ ਮਨ ਵਿੱਚ ਵੀ ਇਹ ਮਹਾਰਾਜ ਚੰਗਾ ਨਹੀਂ ਕਰ ਰਹੇ, ਪਰ ਭਾਈ ਲਹਿਣਾ ਜੀ ਨੂੰ ਕੋਈ ਫਰਕ ਨਹੀਂ ਪਿਆ। ਮਹਾਰਾਜ ਤੋਂ ਡਾਂਗ ਵੀ ਖਾ ਲੈਂਦੇ ਸੀ ਤੇ ਨਾਲ ਤੁਰੇ ਜਾਂਦੇ ਸੀ। ਪੁਨ ਇੱਕ ਕੌਤਕ ਗੁਰੂ ਦਿਖਾਇਓ। ਤੇ ਫਿਰ ਇੱਕ ਸੱਚੇ ਪਾਤਸ਼ਾਹ ਦੀਆਂ ਹੋਰ ਇੱਥੇ ਇੱਕ ਕੌਤਕ ਵਿਖਾਉਣਾ ਕੀਤਾ ਸੀ। ਖਾਵੋ ਸ਼ਬ ਕੋ ਹੁਕਮ ਅਲਾਇਓ। ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਹੁਕਮ ਕੀਤਾ ਸੀ ਕੌਤਕ ਵਿਖਾਉਣ ਵਾਸਤੇ। ਮਹਾਰਾਜ ਕਹਿੰਦੇ ਮੁਰਦਾ ਭਾਈ ਖਾਣਾ ਪਵੇਗਾ। ਇਹੋ ਗਾਥਾ ਜਿਮ ਪਈ ਸੁਨਾਵਾ। ਵੀ ਮਹਾਰਾਜ ਮੁਰਦਾ ਖਾਣ ਦੀ ਕੀ ਗੱਲ ਹੋਈ, ਵੀ ਮਹਾਰਾਜ ਨੇ ਪਰਖ ਕੀਤੀ ਨਾ। ਇੱਕ ਮਹਾਰਾਜ ਨੇ ਪਰਖ ਕੀਤੀ, ਜਦੋਂ ਅਸੀਂ ਤਾਂ ਮੀਂਹ ਤੋਂ ਡਰਦੇ, ਵਰਖਾ ਤੋਂ ਘਰੇ ਆ ਗਏ, ਠੰਡ ਤੋਂ। ਇੱਕ ਵਾਰੀ ਮਹਾਰਾਜ ਨੇ ਜਦੋਂ ਖੇਤੀ ਹੁੰਦੀ ਸੀ ਤੇ ਮਹਾਰਾਜ ਨੇ ਲੰਗਰ ਬੰਦ ਕਰ ਦਿੱਤੇ ਸੀ, ਕਣਕ ਨੂੰ ਅੱਗ ਲਵਾ ਦਿੱਤੀ ਸੀ। ਉਦੋਂ ਵੀ ਬੜੇ ਸਿੱਖ ਭੱਜ ਗਏ ਸੀ ਘਰ ਨੂੰ, ਹਲ ਵਾਹਣ 'ਚ ਹੀ ਸੁੱਟ ਆਏ ਸੀ। ਫਿਰ ਮਹਾਰਾਜ ਨੇ ਜਦੋਂ ਆ ਧਾਰਿਆ ਨਾ ਰੂਪ ਆ ਬਿੱਲੇ ਕੁੱਟਣਿਆਂ ਵਾਲਾ, ਉਦੋਂ ਵੀ ਸਿੱਖ ਸ਼ੰਕਾ ਕਰਕੇ ਅੱਧੇ ਦੌੜ ਗਏ, ਕੁਝ ਕੁ ਸਿੱਖ ਰਹਿ ਗਏ। ਫਿਰ ਮਹਾਰਾਜ ਨੇ ਇੱਕ ਮੁਰਦਾ ਖਾਣ ਦੀ ਪਰਖ ਕੀਤੀ। ਉਹ ਜਿਵੇਂ ਕੀਤੀ, ਮਹਾਰਾਜ ਸੁਣਨਾ ਕਰੋ ਜੀ। ਅਚਰਜ ਕੌਤਕ ਕਰਿਓ ਬਤਾਵਾ। ਮਹਾਰਾਜ ਇਹ ਬੜਾ ਹੀ ਅਚਰਜ ਕੌਤਕ ਸੀ। ਮਹਾਰਾਜ ਹੁਣ ਵੀ ਸੋਚ ਕੇ ਡਰ ਆਉਂਦਾ, ਬੜਾ ਅਚਰਜ ਕੌਤਕ ਸੀ। ਹੁਣ ਸੁਣਨਾ ਕਰੋ, ਤੁਹਾਨੂੰ ਦੱਸਦੇ ਹਾਂ। ਬਹੁ ਸਿੱਖਣ ਕੋ ਲੈ ਨਿਜ ਸਾਥ। ਤੇ ਉਹ ਮਹਾਰਾਜ ਇਸ ਤਰ੍ਹਾਂ ਹੋਇਆ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਬੜਿਆਂ ਸਿੱਖਾਂ ਨੂੰ ਨਾਲ ਲੈ ਕਰਕੇ ਆਪਣੇ ਨਦੀ ਕਿਨਾਰ ਚੱਲੇ ਗੁਰਨਾਥ। ਰਾਵੀ ਨਦੀ ਦੇ ਲਾਗੇ ਲਾਗੇ ਨਾਲ ਨਾਲ ਕੰਢੇ ਕੰਢੇ ਸਿੱਖਾਂ ਸਮੇਤ ਤੁਰੇ ਜਾ ਰਹੇ ਸਨ। ਕਿਤਿਕ ਦੂਰ ਗਏ ਅਗਵਾਏ। ਤੇ ਕਿੰਨੀ ਦੂਰ ਸਿੱਖਾਂ ਨੂੰ ਲੈ ਗਏ। ਆਪ ਅੱਗੇ ਅੱਗੇ ਤੁਰੇ ਜਾਣ, ਸਿੱਖਾਂ ਨੇ ਮਗਰ ਆਉਣਾ ਹੀ ਸੀ, ਤੇ ਬੜੀ ਦੂਰ ਚਲੇ ਗਏ ਪਿੰਡ ਤੋਂ। ਪੈਸੇ ਭੂ ਪਰ ਪਰੇ ਦਿਖਾਏ। ਤੇ ਜਦੋਂ ਵੇਖਿਆ ਮਹਾਰਾਜ ਨੇ ਵੀ ਸਿੱਖ ਅਜੇ ਤੁਰੇ ਆਉਂਦੇ ਆ, ਤੇ ਆਪਦੀ ਕਲਾ ਸ਼ਕਤੀ ਨਾਲ ਮਹਾਰਾਜ ਨੇ ਧਰਤੀ ਤੇ ਪੈਸੇ ਹੀ ਪੈਸੇ ਵਿਖਾ ਦਿੱਤੇ ਸੀ। ਜਿਹੜੇ ਮਗਰ ਤੁਰੇ ਆਉਂਦੇ ਸੀ ਉਹਨਾਂ ਨੂੰ ਸਾਰੀ ਧਰਤੀ ਤੇ ਪੈਸੇ ਖਿਲਰੇ ਵਿਖਾ ਦਿੱਤੇ ਰਸਤੇ ਵਿੱਚ। ਕਹਿਓ ਚਾਹੋ ਚਿਤ ਜਿਸ ਲੈ ਜਾਹੋ। ਤੇ ਮਹਾਰਾਜ ਕਹਿੰਦੇ ਭਾਈ ਮੁੜ ਜਾਓ, ਆ ਚੁੱਕੋ ਪੈਸੇ, ਜਿੰਨੇ ਇਕੱਠੇ ਹੁੰਦੇ ਕਰੋ ਤੇ ਚੁੱਪ ਕਰਕੇ ਪਿੱਛੇ ਮੁੜ ਜਾਓ। ਸੁਣ ਕੇ ਚਿਤ ਬਚ ਗਹਿ ਕਰ ਮਾਹੋ। ਤੇ ਕਈਆਂ ਨੇ ਕੀ ਕੀਤਾ, ਫਿਰ ਸੁਣ ਕੇ ਮਹਾਰਾਜ ਤੋਂ 7 ਬਚਨ ਕਹਿ ਕੇ ਉਹ ਸਾਰੇ ਪੈਸੇ ਚੁੱਕੇ ਤੇ ਪਿਛਾਂ ਨੂੰ ਮੁੜ ਗਏ ਸਨ। ਭਾਰ ਉਠਾਇਓ ਜੇ ਤਿਕ ਜਾਏ। ਇੰਨੇ ਕੁ ਪੈਸੇ ਚੁੱਕ ਲਏ ਵੀ ਜਿੰਨਾ ਕੁ ਕੋਈ ਭਾਰ ਚੁੱਕ ਸਕਦਾ ਸੀ, ਪੰਡਾ ਬਨ ਬਨ ਕੇ ਚੁੱਕਣ ਲੱਗੇ ਸਿੱਖ। ਲੈ ਕਰ ਮੁਰੇ ਗ੍ਰਾਮ ਕੋ ਆਏ। ਤੇ ਲੈ ਲੈ ਕੇ ਮੁੜ ਗਏ। ਕੁਝ ਆਪਣੇ ਘਰਾਂ ਨੂੰ ਚਲੇ ਗਏ, ਕੁਝ ਕਰਤਾਰਪੁਰ ਸਾਹਿਬ ਮੁੜ ਆਏ ਸਨ। ਪੁਨ ਆਗੇ ਕੁਛ ਗਮਨੇ ਜਬੈ। ਤੇ ਅੱਧੇ ਤਾਂ ਰਹਿ ਪੈਸੇ ਲੈ ਕੇ ਨਿਕਲ ਗਏ, ਅੱਧੇ ਰਹਿ ਗਏ। ਅੱਗੇ ਮਹਾਰਾਜ ਨੇ ਫਿਰ ਪਰਖ ਕਰ ਲਈ। ਸੱਚੇ ਪਾਤਸ਼ਾਹ ਜੀ ਅੱਗੇ ਥੋੜਾ ਜਿਹਾ ਹੋਰ ਜਦੋਂ ਗਏ ਆ, ਪਰੇ ਰਜਤ ਪਣ ਦੇਖਤ ਸਬੈ। ਤੇ ਮਹਾਰਾਜ ਨੇ ਕੀ ਵਿਖਾਇਆ, ਮਗਰ ਤੁਰੇ ਆਉਂਦੇ ਸਿੱਖਾਂ ਨੂੰ ਧਰਤੀ ਤੇ ਚਾਂਦੀ ਦੇ ਪੈਸੇ ਡਿੱਗੇ ਹੋਏ ਆ, ਚਾਂਦੀ ਦੇ ਸਿੱਕੇ ਮਹਾਰਾਜ ਨੇ ਵਿਖਾ ਦਿੱਤੇ ਹੈ। ਹੁਕਮ ਕਰਿਓ ਚਾਹੋ ਲੈ ਜਾਏ। ਤੇ ਹੁਕਮ ਕੀਤਾ ਭਾਈ ਜਿਹਦੀ ਇੱਛਾ ਨਾ ਚੁੱਕੋ ਚਾਂਦੀ ਦੇ ਢਾਲੇ, ਚਾਂਦੀ ਹੀ ਚਾਂਦੀ ਭਰ ਲਓ ਪੰਡਾਂ ਤੇ ਮੁੜ ਜਾਓ। ਸੁਣ ਕਰ ਭਾਰ ਪ੍ਰਮਾਣ ਉਠਾਏ। ਤੇ ਸੁਣ ਕੇ ਨਾ ਸਿੱਖਾਂ ਨੇ ਜਿੰਨੀ ਜਿੰਨੀ ਵੀ ਸ਼ਕਤੀ ਸੀ, ਕਿਸੇ ਵਿੱਚ ਚੁੱਕਣ ਦਾ ਬਲ ਸੀ, ਪੰਡਾਂ ਭਰ ਭਰ ਕੇ ਚਾਂਦੀ ਚੁੱਕਣ ਲੱਗ ਪਏ। ਵੱਡ ਪ੍ਰੇਮੀ ਨੇ ਧਨ ਨਹਿ ਗਹਿਓ। ਪਰ ਜਿਹੜੇ ਵੱਡੇ ਪ੍ਰੇਮੀ ਸੀ ਉਹਨਾਂ ਨੇ ਨਾ ਹੱਥ ਲਾਇਆ। ਇਹ ਤਾਂ ਚੁੱਕ ਕੇ ਕੁਝ ਪੈਸੇ ਚੁੱਕ ਕੇ ਮੁੜ ਗਏ, ਕੁਝ ਚਾਂਦੀ ਚੁੱਕ ਕੇ ਮੁੜ ਗਏ। ਚੰਗੇ ਪ੍ਰੇਮੀ ਸੀ ਜਿਹੜੇ ਕਹਿੰਦੇ ਨਹੀਂ ਮਹਾਰਾਜ ਤੁਹਾਡੇ ਸਿੱਖ ਹਾਂ, ਤੁਹਾਡੇ ਤੋਂ ਬਿਨਾਂ ਸਾਨੂੰ ਕੁਝ ਨਹੀਂ ਚਾਹੀਦਾ। ਉਹਨਾਂ ਨੇ ਚਾਂਦੀ ਨੂੰ ਹੱਥ ਨਾ ਲਾਇਆ। ਪੁਨ ਆਗੇ ਸਤਿਗੁਰ ਮਗ ਲਹਿਓ। ਤੇ ਮਹਾਰਾਜ ਹੋਰ ਅੱਗੇ ਤੁਰੇ ਗਏ। ਅੱਧੇ ਤੋਂ ਥੋੜੇ ਸਿੱਖ ਰਹਿ ਗਏ, ਜਿਵੇਂ ਕੋਈ 25 30 50 ਰਹਿ ਜਾਣਾ। ਕੁਝ ਕੁ ਸਿੱਖ ਮਹਾਰਾਜ ਦੇ ਨਾਲ ਰਹਿ ਗਏ ਐ। ਕਿਤਕ ਦੂਰ ਦੀ ਨਾਲ ਪਰੀ ਹੈ। ਤੇ ਥੋੜਾ ਜਿਹਾ ਹੋਰ ਦੂਰ ਜਾ ਕੇ ਨਾ ਮਹਾਰਾਜ ਨੇ ਇੱਕ ਹੋਰ ਕਲਾ ਵਰਤਾ ਦਿੱਤੀ। ਪਹਿਲਾਂ ਪੈਸੇ ਵਿਖਾਏ, ਫਿਰ ਚਾਂਦੀ, ਤੇ ਐਤਕੀ ਮਹਾਰਾਜ ਨੇ ਧਰਤੀ ਤੇ ਸੋਨੇ ਦੀਆਂ ਮੋਹਰਾਂ ਵਿਖਾਈਆਂ।
ਧਰਤੀ ਤੇ ਤੁਰੇ ਜਾਂਦੇ ਸਿੱਖਾਂ ਦੇ ਅੱਗੇ ਸੋਨੇ ਦੀਆਂ ਮੋਹਰਾਂ ਵਿਛੀਆਂ ਹਨ। ਦੇਖਤ ਆਗਿਆ ਪ੍ਰਭੂ ਕਰੀ ਹੈ। ਸਿੱਖਾਂ ਵੱਲ ਪਿੱਛਾ ਭੌਂ ਕੇ ਸਤਿਗੁਰਾਂ ਵੇਖਿਆ ਤੇ ਸਿੱਖਾਂ ਨੂੰ ਇਸ ਤਰ੍ਹਾਂ ਆਗਿਆ ਕੀਤੀ ਹੈ। ਲੈ ਜਾਵਹ ਅਬਿਲਾਖਾ ਜੇ। ਉਹ ਭਾਈ ਸਿੱਖੋ, ਲੈ ਜਾਓ ਜਿੰਨੀ ਜਿੰਨੀ ਕਿਸੇ ਦੀ ਇੱਛਾ ਹੈ, ਮੋਹਰਾਂ ਚੁੱਕੋ ਤੇ ਘਰੇ ਮੁੜ ਜਾਓ। ਤੁਮਰੇ ਹਿਤ ਮੈਂ ਕੀਨਸ ਵੀ ਇਹ ਕੌਤਕ ਅਸੀਂ ਤੁਹਾਡੇ ਭਲੇ ਵਾਸਤੇ ਕੀਤਾ ਹੈ। ਧਰ ਔਰ ਲੋਭਸ ਲਈ ਤੇ ਉਠਾਏ। ਸਾਧ ਸੰਗਤ ਜੀ ਸੋਨਾ ਵੇਖ ਕੇ ਕਹਿੰਦੇ ਮਨ 'ਚ ਲਾਲਚ ਨਹੀਂ ਆਉਂਦਾ। ਜਿੰਨੇ ਸਿੱਖ ਸੀ ਨਾ ਤਕਰੀਬਨ ਸਾਰਿਆਂ ਦੇ ਮਨ ਵਿੱਚ ਲਾਲਚ ਆਇਆ ਵੀ ਉਦੋਂ 15 ਰੁਪਈਆਂ ਦੀ ਇੱਕ ਮੋਹਰ ਹੁੰਦੀ ਸੀ ਸੋਨੇ ਦੀ, ਉਸ ਰਾਜ ਵਿੱਚ। ਤੋ ਮਨ ਵਿੱਚ ਲਾਲਚ ਆਇਆ ਤੇ ਸਾਰੇ ਮੋਹਰਾਂ ਚੁੱਕਣ ਲੱਗੇ ਹਨ। ਲੈ ਗਮਣੇ ਗ੍ਰਹਿ ਕੋ ਸਮੁਦਾਇ। ਸਾਰੇ ਸਿੱਖਾ ਜਿਹੜੇ ਰਹਿ ਗਏ ਸੀ ਇਹਨਾਂ ਕੋਲ 25-30, ਉਹ ਮੋਹਰਾਂ ਚੁੱਕਣ ਲੱਗੇ ਪੰਡਾਂ ਬੰਨ ਕੇ ਤੇ ਘਰ ਨੂੰ ਮੁੜਨ ਲੱਗ ਪਏ ਆ। ਅਤ ਪ੍ਰੇਮੀ ਗੁਰ ਕੇ ਤਬ ਰਹੇ। ਤੇ ਕੋਈ ਪ੍ਰੇਮੀ ਰਹਿ ਗਏ ਇਕੱਲੇ। ਸਾਰੇ ਜਿਹੜੇ ਸੀ ਨਾ ਮਾੜਾ ਮੋਟਾ ਜਿਨ੍ਹਾਂ ਵਿੱਚੋਂ ਕੱਚੇ ਪਿੱਲੇ ਹੁੰਦੇ ਉਹ ਛਾਨਣਾ ਮਹਾਰਾਜ ਲਾਈ ਗਏ। ਉਹ ਬਰੀਕ ਉਹ ਝੜਦੇ ਗਏ। ਚੰਗੇ ਮੋਟੇ ਸਿੱਖ ਹੀ ਰਹਿ ਗਏ, ਬਹੁਤੇ ਸ਼ਰਧਾ ਵਾਲੇ। ਉਹ ਕਿਹੜੇ ਰਹਿ ਗਏ ਸੁਣ ਲਓ ਜੀ। ਇਕ ਮੈਂ ਦੁਤੀ ਸਧਾਰਨ ਅਹੇ। ਵੀ ਹੇ ਗੁਰੂ ਅਰਜਨ ਦੇਵ ਜੀ, ਫਿਰ ਸਾਰੇ ਮੁੜ ਗਏ ਸੀ ਜਦੋਂ ਮੋਹਰਾਂ ਮਹਾਰਾਜ ਨੇ ਵਿਖਾਤੀਆਂ ਨਾ ਸੋਨੇ ਦੀਆਂ, ਸਭ ਮੁੜ ਗਏ, 4 ਰਹਿ ਗਏ। ਇੱਕ ਤਾਂ ਮੈਂ ਰਹਿਆ, ਦੂਜਾ ਭਾਈ ਸਧਾਰਨ ਜੀ ਸਨ, ਤ੍ਰਿਤੀ ਭਗੀਰਥ ਅਰ ਸ਼੍ਰੀ ਅੰਗਦ। ਤੇ ਤੀਜੇ ਭਾਈ ਭਗੀਰਥ ਜੀ ਮਲਸੀਆਂ ਵਾਲੇ, ਤੇ ਚੌਥੇ ਧੰਨ ਬਾਬਾ ਲਹਿਣਾ ਜੀ ਸ਼੍ਰੀ ਅੰਗਦ ਦੇਵ ਜੀ। ਚੱਲੇ ਸੰਗ ਤਜ ਕੈ ਸਭ ਸੰਪਦ। ਅਸੀਂ ਡਟੇ ਰਹੇ, ਸਾਰੇ ਮੁੜ ਗਏ ਪੈਸੇ ਲੈ ਕੇ। ਕੋਈ ਚਾਂਦੀ ਲੈ ਕੇ ਮੁੜ ਗਿਆ, ਕੋਈ ਜਿਹੜੇ ਬਾੜੇ ਸਿਦਕ ਵਾਲੇ ਸੀ ਉਹ ਸੋਨੇ ਤੇ ਡੋਲ ਗਏ, ਸਾਰੇ ਮੁੜ ਗਏ। ਅਸੀਂ ਨਹੀਂ ਡੁੱਲੇ ਸਾਂ। ਕਿਤ ਕੋ ਦੂਰ ਜਬ ਪਹੁੰਚੇ ਜਾਏ। ਤੇ ਮਹਾਰਾਜ ਫਿਰ ਤੁਰ ਪਏ, ਅੱਗੇ ਤੁਰੇ ਗਏ ਤੇ ਪਿੱਛੇ ਅਸੀਂ ਜਾਂਦੇ ਗਰੀਬ ਨਵਾਜ ਕਿੰਨੀ ਕੁ ਦੂਰ ਅੱਗੇ ਹੋਰ ਚਲੇ ਗਏ ਐ। ਭੂਤਲ ਇੱਕ ਸਮਰ ਚਿਰ ਸੁਹਾਏ। ਤੇ ਅੱਗੇ ਨਦੀ ਦੇ ਕਿਨਾਰੇ ਤੇ ਇੱਕ ਬੜੀ ਸੁੰਦਰ ਜਗ੍ਹਾ ਆਈ, ਐਨ ਰੜਾ ਮੈਦਾਨ, ਸੋਹਣਾ ਛੋਟਾ ਘਾਹ ਉੱਗਿਆ, ਹਰਿਆਲੀ, ਤੇ ਇੱਕੋ ਜੀ ਧਰਤੀ ਸੀ। ਸੰਚੈ ਕਾਸ਼ਟ ਚਿਤਾ ਕਰੀ ਹੈ। ਤੇ ਉਥੇ ਨਾ ਲੱਕੜਾਂ ਦੀ ਚਿਖਾ ਚਿਣੀ ਪਈ ਅਸੀਂ ਵੇਖੀ ਹੈ। ਇੱਕ ਸ਼ਵ ਕੀ ਤਹਿ ਦੇਹ ਪਰੀ ਹੈ। ਤੇ ਉੱਤੇ ਸੱਚੇ ਪਾਤਸ਼ਾਹ ਜੀ ਇੱਕ ਮਰਿਆ ਹੋਇਆ ਮੁਰਦਾ, ਉਹਦੀ ਲਾਸ਼ ਪਈ ਹੋਈ ਮੁਰਦੇ ਦੀ। ਸੋਹਣਾ ਥਾਂ ਹੈ, ਕੱਲੀ ਚਿਖਾ ਚਿਣੀ ਹੋਈ ਹੈ, ਉੱਤੇ ਕੋਈ ਮੁਰਦਾ ਧਰਿਆ ਹੋਇਆ ਹੈ। ਤਿਸ ਢਗ ਖਰੇ ਹੋਏ ਕਰ ਪਾਖੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਫਿਰ ਉਹ ਮੁਰਦੇ ਦੇ ਲਾਗੇ ਹੋ ਕਰਕੇ, ਖੜੇ ਹੋ ਕਰਕੇ ਇਸ ਤਰ੍ਹਾਂ ਆਖਿਆ ਸੀ। ਹਟੇ ਹੋਤੇ ਜੋ ਤਨ ਅਭਿਲਾਖੀ। ਮਹਾਰਾਜ ਨੇ ਆਖਿਆ, ਭਾਈ ਭਗੀਰਥ, ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ ਤੇ ਉਹ ਭਾਈ ਲਹਿਣਾ। ਸੁਣੋ ਬਾਈ, ਜਿਹੜੇ ਧਨ ਦੀ ਇੱਛਾ ਰੱਖਣ ਵਾਲੇ ਸੀ ਨਾ ਸਾਰੇ, ਕੁਝ ਪੈਸੇ ਲੈ ਕੇ ਮੁੜ ਗਏ। ਪਹਿਲਾਂ ਅੱਧੇ ਡਾਂਗਾ ਖਾ ਕੇ ਮੁੜ ਗਏ, ਦੂਜਾ ਸਾਡਾ ਧਨ ਕਰੂਪ ਵੇਖ ਕੇ ਮੁੜ ਗਏ, ਤੀਜੇ ਕੁਝ ਰਹਿ ਗਏ ਉਹ ਮਾਇਆ ਵੇਖ ਕੇ, ਚੌਥੇ ਚਾਂਦੀ ਤੇ ਜਿਹੜੇ ਰਹਿ ਗਏ ਸੀ ਥੋੜ੍ਹੇ ਬਹੁਤੇ ਉਹ ਸੋਨਾ ਲੈ ਕੇ ਤੇ ਤਿੱਤਰ ਹੋ ਗਏ। ਤੇ ਤੁਸੀਂ 4 ਰਹਿ ਗਏ, ਹੁਣ ਚਲੇ ਜਾਓ, ਮੁੜ ਜਾਓ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਅਸੀਂ ਆਖਿਆ ਮਹਾਰਾਜ ਅਸੀਂ ਨਹੀਂ ਮੁੜਨਾ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਸਿੱਖ ਹਾਂ, ਸਿਦਕੀ ਸਿੱਖ ਹਾਂ, ਸਾਨੂੰ ਮਹਾਰਾਜ ਤੁਹਾਡੇ ਤੋਂ ਬਿਨਾਂ ਕੁਝ ਚੰਗਾ ਹੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਕੀ ਚਾਹੀਦਾ? ਤੇ ਅਸੀਂ ਆਖਿਆ ਮਹਾਰਾਜ ਸਾਨੂੰ ਸਿੱਖੀ ਚਾਹੀਦੀ ਹੈ। ਗਰੀਬ ਨਵਾਜ ਨੇ ਫਿਰ ਸਾਡੇ ਵੱਲ ਵੇਖ ਕੇ ਇਸ ਤਰ੍ਹਾਂ ਆਖਿਆ ਹੈ ਵੀ ਜਿਹੜੇ ਮੁੜਨੇ ਸੀ ਉਹ ਮੁੜ ਗਏ ਹਨ ਕੁਝ ਕੁ। ਅਤ ਪ੍ਰੇਮੀ ਤੁਮ ਮਮ ਸੰਗ ਆਏ। ਤੇ ਤੁਹਾਨੂੰ ਦੱਸੋ ਕੀ ਚਾਹੀਦਾ? ਕਹਿੰਦੇ ਜੀ ਮਹਾਰਾਜ ਸਾਨੂੰ ਸਿੱਖੀ ਚਾਹੀਦੀ ਹੈ। ਮਹਾਰਾਜ ਕਹਿੰਦੇ ਅੱਛਾ, ਵੀ ਬਾਕੀ ਸਾਰੇ ਤਾਂ ਮੁੜ ਗਏ, ਤੁਸੀਂ ਬਹੁਤ ਹੀ ਪ੍ਰੇਮੀ ਲੱਗਦੇ ਹੋ ਸਾਡੇ, ਜਿਹੜੇ ਸਾਡੇ ਨਾਲ ਹੁਣ ਤੀਕਰ ਤੁਰੇ ਆਏ ਹੋ। ਮਿਲੇ ਇਸ ਮੁਰਦੇ ਕੋ ਲਿਹੋ ਖਾਏ। ਤੇ ਕੀ ਚਾਹੀਦਾ ਤੁਹਾਨੂੰ? ਅਸੀਂ ਮਾਇਆ ਦਿੱਤੀ ਸੀ, ਤੁਸੀਂ ਲਈ ਕਿਉਂ ਨਾ? ਕਹਿੰਦੇ ਮਹਾਰਾਜ ਸਾਨੂੰ ਮਾਇਆ ਨਹੀਂ ਚਾਹੀਦੀ। ਬਾਬਾ ਜੀ ਕਹਿੰਦੇ ਅਸੀਂ ਆਖਿਆ ਸਾਨੂੰ ਸਿੱਖੀ ਚਾਹੀਦੀ ਹੈ। ਤੇ ਗਰੀਬ ਨਵਾਜ ਕਹਿੰਦੇ ਜੇ ਸਿੱਖੀ ਚਾਹੀਦੀ ਹੈ ਨਾ ਤੇ ਲਓ ਫਿਰ ਮੁਰਦਾ ਖਾਓ ਪਿਆ, ਲੈ ਲਓ ਸਿੱਖੀ। ਮਹਾਰਾਜ ਨੇ ਇਸ ਤਰ੍ਹਾਂ ਆਖਿਆ ਹੈ। ਹਮ ਅਚਰਜ ਪੇ ਸ਼ਵ ਕਿਨ ਆਨਾ। ਤੇ ਅਸੀਂ ਹੈਰਾਨ ਹੋ ਗਏ ਵੀ ਇੱਥੇ ਮੁਰਦਾ ਕੌਣ ਖਾਵੇ, ਮੁਰਦਾ ਲਿਆਇਆ ਕੌਣ ਹੈ ਇੱਥੇ?
ਅਸੀਂ ਬੜੇ ਹੈਰਾਨ ਹੋ ਗਏ ਤਿੰਨੇ ਹੀ। ਹਾਥ ਜੋਰ ਕਰ ਬਾਕ ਬਖਾਨਾ। ਤੇ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਦਸੀਏ ਫਿਰ, ਜਦੋਂ ਮਹਾਰਾਜ ਨੇ ਪਰਖ ਕੀਤੀ ਤੇ ਅਸੀਂ ਤਿੰਨਾਂ ਨੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰ ਦਿੱਤੀ ਨਰ ਮ੍ਰਿਤ ਕੋ ਨਰ ਖਾਏ ਨ ਕੋਈ। ਵੀ ਮਹਾਰਾਜ ਬੰਦੇ ਨੂੰ ਬੰਦਾ ਕਿਵੇਂ ਖਾ ਸਕਦਾ ਹੈ? ਸੱਚੇ ਪਾਤਸ਼ਾਹ ਮਹਾਰਾਜ ਮੁਰਦੇ ਨੂੰ ਕਿਸੇ ਮਨੁੱਖ ਦੇ ਦੁਆਰਾ ਖਾਣਾ ਮਹਾਰਾਜ ਬੜਾ ਔਖਾ ਹੈ। ਦਾਰੁਣ ਕ੍ਰਿਤੀ ਤਰਾਸ ਪੇਖ ਹੋਈ। ਵੀ ਮੁਰਦੇ ਨੂੰ ਵੇਖ ਕੇ ਤਾਂ ਉਸ ਤਰ੍ਹਾਂ ਹੀ ਡਰ ਆਉਂਦਾ ਹੈ। ਮੁਰਦੇ ਨੂੰ ਵੇਖਣ ਨੂੰ ਮਹਾਰਾਜ ਜੀ ਨਹੀਂ ਕਰਦਾ, ਮਰੇ ਮੁਰਦੇ ਨੂੰ। ਤੇ ਸੱਚੇ ਪਾਤਸ਼ਾਹ ਜੀ ਮਰੇ ਮਨੁੱਖ ਨੂੰ ਖਾਣਾ ਕਿੱਡਾ ਔਖਾ ਹੈ। ਇਹ ਮਹਾਰਾਜ ਕੰਮ ਨਹੀਂ ਹੋ ਸਕਦਾ ਹੈ। ਇਤ ਉਤ ਟਰ ਕਰ ਲੈ ਤਰ ਓਟਾ। ਮਹਾਰਾਜ ਕਹਿੰਦੇ ਨਹੀਂ ਭਾਈ, ਜੇ ਸਿੱਖੀ ਚਾਹੀਦੀ ਤਾਂ ਖਾਓ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹੇ ਗੁਰੂ ਅਰਜਨ ਦੇਵ ਮਹਾਰਾਜ ਸੁਣੋ ਫਿਰ। ਜਦੋਂ ਮਹਾਰਾਜ ਨੇ ਵਾਰ-ਵਾਰ ਇਸ ਤਰ੍ਹਾਂ ਆਖਿਆ ਨਾ, ਜੇ ਜਾਂ ਮੁੜ ਜਾਓ, ਜੇ ਸਿੱਖੀ ਚਾਹੀਦੀ ਹੈ ਤੇ ਮੁਰਦਾ ਖਾਣਾ ਪਵੇਗਾ। ਸੱਚੇ ਪਾਤਸ਼ਾਹ ਸੱਚ ਜਾਣੋ, ਅਸੀਂ ਤਿੰਨੇ ਝਾੜੀਆਂ 'ਚ ਲੁਕ ਗਏ ਸੀ। ਬਾਬਾ ਬੁੱਢਾ ਜੀ ਕਹਿੰਦੇ ਅਸੀਂ ਭਾਈ ਭਗੀਰਥ ਤੇ ਭਾਈ ਸਧਾਰਨ, ਅਸੀਂ ਰੁੱਖਾਂ ਦੇ ਓਲੇ ਲੁਕਦੇ ਫਿਰੀਏ ਵੀ ਕਿਤੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਰੜਾ ਹੁਕਮ ਨਾ ਕਰਦੇ ਨੇ ਵੀ ਖਾਓ ਹੀ ਖਾਓ। ਅਜੇ ਤਾਂ ਮਹਰ ਨੇ ਇੱਕੋ ਵਾਰੀ ਕਿਹਾ ਨਾ ਖਾਣਾ ਪਏਗਾ। ਜੇ ਮਹਰ ਨੇ ਨਾਂ ਲੈ ਕੇ ਕਹਿ ਦਿੱਤਾ ਭਾਈ ਬੁੱਢਾ ਜੀ ਖਾਂਦੇ ਕਿਉਂ ਨਹੀਂ, ਕੀ ਜਵਾਬ ਦੇਵਾਂਗੇ? ਤੇ ਡਰਦੇ ਹੋਏ ਅਸੀਂ ਰੁੱਖਾਂ ਦੇ ਓਲੇ ਫਿਰ ਲੱਭ ਕੇ ਨਾ ਕੋਈ ਓਲਾ, ਝਾੜੀਆਂ ਰੁੱਖਾਂ ਦੇ ਓਲੇ ਲੁਕਦੇ ਫਿਰੇ ਸਾਂ। ਭੇ ਹਮ ਠਾਡੇ ਸਭ ਕੋ ਹੋਟਾ। ਤੇ ਹਾਂ ਅਸੀਂ ਐਸੇ ਤੇ ਟਲ ਗਏ ਤੇ ਅਸੀਂ ਇਉਂ ਓਟ ਲੈ ਕੇ ਨਾ ਰੁੱਖਾਂ ਦੀ ਤੇ ਇੱਕ ਪਾਸੇ ਹੋ ਕਰਕੇ ਲੁਕ ਲੁਕ ਕੇ ਵੇਖਣ ਲੱਗੇ ਸਾਨੂੰ ਮਹਾਰਾਜ ਨੇ ਕਿਤੇ ਆਵਾਜ਼ ਨਾ ਮਾਰ ਲੈਣ। ਸ਼੍ਰੀ ਅੰਗਦ ਜੀ ਸੰਗ ਨ ਛੋਰਾ। ਪਰ ਜੇ ਨਹੀਂ ਸਾਥ ਛੱਡਿਆ ਨਾ, ਹੇ ਗੁਰੂ ਅਰਜਨ ਦੇਵ ਮਹਾਰਾਜ ਵੇਖੋ ਸੱਚੇ ਪਾਤਸ਼ਾਹ ਜੀ ਆਪ ਜਾਨੀ ਜਾਣ ਹੋ। ਕੋਈ ਮਹਾਰਾਜ ਤੋਂ ਸੋਟੇ ਖਾ ਕੇ ਮੁੜਿਆ, ਕੋਈ ਮਹਾਰਾਜ ਦੀ ਧਾਨਕ ਵਾਲੀ ਕਿਰਤ ਵੇਖ ਕੇ ਮੁੜ ਗਿਆ, ਅੱਧੇ ਪੈਸੇ ਲੈ ਕੇ ਮੁੜ ਗਏ, ਕੋਈ ਚਾਂਦੀ ਲੈ ਕੇ ਮੁੜਿਆ, ਕੋਈ ਸੋਨਾ ਲੈ ਕੇ ਮੁੜਿਆ। ਅਸੀਂ ਚਾਰ ਰਹਿ ਗਏ ਸੀ ਮਹਾਰਾਜ, ਅਸੀਂ ਨਾ ਮੁੜੇ। ਪਰ ਇੱਕ ਮਹਾਰਾਜ ਨੇ ਅੰਤਲੇ ਸਮੇਂ ਇਹੋ ਜਿਹੀ ਪਰਖ ਪਾਈ ਮੁਰਦਾ ਖਾਣ ਦੀ, ਮਹਾਰਾਜ ਫਿਰ ਸਾਡੇ ਵੀ ਹੱਥ ਖੜੇ ਹੋ ਗਏ ਸੀ। ਅਸੀਂ ਝਾੜੀਆਂ ਓਲੇ ਲੁਕੇ, ਸਾਰੇ ਮੁੜ ਗਏ। ਕਿੰਨੇ ਸਿੱਖ ਸੀ ਗੁਰੂ ਨਾਨਕ ਪਾਤਸ਼ਾਹ ਦੇ। ਸੱਚੇ ਪਾਤਸ਼ਾਹ ਜੀ ਜੇ ਕੋਈ ਨਹੀਂ ਮੁੜਿਆ ਉਹ ਧੰਨ ਧੰਨ ਭਾਈ ਲਹਿਣਾ ਜੀ ਸਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਕੋਈ ਨਹੀਂ ਮੁੜਿਆ ਸਿੱਖੀ ਅਸੂਲ ਤੇ ਖੜਿਆ, ਸਿਦਕ ਵਿੱਚ ਪੱਕੇ, ਭਾਈ ਲਹਿਣਾ ਜੀ ਇਕੱਲੇ ਹੀ ਖੜੇ ਰਹਿ ਗਏ। ਸਾਰੇ ਅਸੀਂ ਵੀ ਦੌੜ ਗਏ, ਝਾੜੀਆਂ ਦੇ ਓਲੇ ਲੁਕਦੇ ਫਿਰੇ ਸਾਂ। ਕਹਿਓ ਕਠੋਰ ਹੇਰ ਉਸ ਓਰਾ। ਤੇ ਜਿਸ ਗੱਲ ਤੋਂ ਅਸੀਂ ਡਰਦੇ ਸੀ ਉਹੀ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਰੜੇ ਬਚਨ ਕਰ ਦਿੱਤੇ ਧੰਨ ਸ਼੍ਰੀ ਲਹਿਣਾ ਜੀ ਦੇ ਤਾਈਂ। ਕਿਆ ਤੂੰ ਖਰੋ ਸ਼ਿਤਾਬ ਪਲਾਵਾ। ਵੀ ਤੂੰ ਇੱਥੇ ਖੜਾ ਹੋਇਆ ਭਾਈ ਲਹਿਣਾ ਜੀ, ਤੁਸੀਂ ਇੱਥੇ ਖੜੇ ਹੋਏ ਭਲਾ ਕੀ ਕਰਦੇ ਹੋ? ਨਾਹੇ ਤਾਂ ਇਸ ਸ਼ਬ ਕੋ ਤਨ ਖਾਵਾ। ਵੀ ਜਾਂ ਤਾਂ ਮੁੜ ਜਾਓ ਪਿੱਛੇ, ਜੇ ਨਹੀਂ ਮੁੜਨਾ ਨਹੀਂ ਮਹਾਰਾਜ ਨਹੀਂ ਮੁੜਨਾ, ਜੇ ਨਹੀਂ ਮੁੜਨਾ ਤੇ ਫਿਰ ਮੁਰਦਾ ਖਾਓ। ਸਤਿਗੁਰਾਂ ਨੇ ਕਹਿ ਦਿੱਤਾ ਸੀ ਮਾਨ ਬਾਕ ਜਬ ਬਸਤਰ ਉਘਾਰਾ। ਤੇ ਭਾਈ ਲਹਿਣਾ ਜੀਆਂ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ ਖਾਂਦੇ ਕਿਉਂ ਨਹੀਂ, ਆਖਿਆ ਮਹਾਰਾਜ ਤੁਸੀਂ ਹੁਕਮ ਨਹੀਂ ਕੀਤਾ ਵੀ ਸਿਰ ਵਾਲੇ ਪਾਸਿਓਂ ਲੱਗਣਾ ਕਿ ਪੈਰਾਂ ਵਾਲੇ ਪਾਸਿਓਂ। ਮਹਾਰਾਜ ਕਹਿੰਦੇ ਜਿੱਥੋਂ ਮਰਜ਼ੀ ਲੱਗੋ ਮੁਰਦਾ ਹੀ ਖਾਣਾ। ਇਹ ਬਚਨ ਕਹਿਣ ਦੀ ਦੇਰ ਸੀ। ਭਾਈ ਲਹਿਣਾ ਜੀ ਲਾਗੇ ਹੋ ਕਰਕੇ ਜਦੋਂ ਚਿੱਟਾ ਬਸਤਰ ਖਫਣ ਚੁੱਕਿਆ ਹੈ, ਭਇਓ ਤਿਹਾਵਲ ਸਕਲ ਨਿਹਾਰਾ। ਤੇ ਕੀ ਵੇਖਿਆ ਉਹ ਸਾਰਾ ਮੁਰਦਾ ਕੀ ਸੀ ਬਦਲ ਕੇ। ਮਹਾਰਾਜ ਦੀ ਕਲਾ ਹੈ ਨਾ ਜੋ ਮਰਜ਼ੀ ਕਰ ਸਕਦੇ ਆ। ਤੇ ਸੱਚੇ ਪਾਤਸ਼ਾਹ ਦੀ ਕਲਾ ਦੇ ਨਾਲ ਉਹ ਪਰਖ ਤੋਂ ਪੂਰੇ ਉਤਰੇ। ਗੁਰੂ ਕੇ ਸਿੱਖ ਭਾਈ ਲਹਿਣਾ ਜੀ ਵਾਸਤੇ ਸੋਹਣਾ ਜਿਹੜਾ ਪੰਚਮ ਤਿਹਾਵਲ ਕੜਾ ਪ੍ਰਸ਼ਾਦ ਬਣਿਆ ਦਿਸਿਆ ਹੈ। ਤਤ ਛਿਨ ਲੋਪ ਪਇਓ ਸਭ ਖੇਲਾ। ਤੋ ਸਾਰੀ ਜਿਹੜੀ ਥਾਂ ਬਣੀ ਹੋਈ ਸੀ, ਚਿਖਾ ਬਣੀ ਹੋਈ ਸੀ, ਸਭ ਕੁਝ ਇੱਕ ਛਿਣ ਦੇ ਵਿੱਚ ਹੀ ਅਲੋਪ ਕਰ ਦਿੱਤਾ ਸੀ। ਸ਼੍ਰੀ ਅੰਗਦ ਕੋ ਗਹਿ ਗਰ ਮੇਲਾ। ਤੇ ਜਦੋਂ ਪਰਖ ਤੇ ਪੂਰੇ ਉਤਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੇ ਭਾਈ ਲਹਿਣਾ ਜੀ ਨੂੰ ਗਲਵਕੜੀ ਵਿੱਚ ਲੈ ਕੇ ਤੇ ਅੰਗਦ ਦੇਵ ਦਾ ਖਿਤਾਬ ਦੇ ਦਿੱਤਾ ਸੀ। ਏਕ ਰੂਪ ਆਪਣੇ ਸੋ ਖਰਿਓ। ਤੇ ਆਪ ਦਾ
ਤੇ ਭਾਈ ਲਹਿਣਾ ਜੀ ਨੂੰ ਆਪਦੇ ਰੂਪ 'ਚ ਹੀ ਮਿਲਾ ਲਿਆ, ਇੱਕੋ ਰੂਪ ਬਣਾ ਦਿੱਤਾ, ਆਪਦਾ ਸਰੂਪ ਬਣਾ ਲਿਆ ਸੀ। ਗੁਰਤਾ ਭਾਵ ਤਿਨਹਾ ਮਹਿ ਧਰਿਓ। ਗੁਰਿਆਈ ਦਾ ਜਿਹੜਾ ਤਿਲਕ ਹੈ, ਗੁਰਿਆਈ ਭਾਵ ਇਹਨਾਂ ਦੇ ਵਿੱਚ ਰੱਖ ਦਿੱਤਾ ਸੀ। ਸਭ ਜਗ ਕੀ ਦੇ ਕਰ ਗੁਰਿਆਈ। ਤੇ ਸਮਾਂ ਆਉਣ ਤੇ ਸਾਰੇ ਸੰਸਾਰ ਦੀ ਗੁਰਿਆਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬਖਸ਼ੀ ਸੀ। ਤਿਨ ਮਹ ਆਪਣੀ ਜੋਤ ਮਿਲਾਈ। ਤੇ ਆਪਦੀ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਮਿਲਾ ਦਿੱਤੀ। ਅਪਰ ਰੀਤ ਸੋ ਬਹੁਪਤੀ ਆਏ। ਕੀ ਦਸੀਏ ਮਹਾਰਾਜ, ਹੋਰ ਬੜਿਆਂ ਤਰੀਕਿਆਂ ਦੇ ਨਾਲ ਹਜ਼ੂਰ ਨੇ ਬੜੀਆਂ ਪਰਖਾਂ ਕੀਤੀਆਂ ਸਨ। ਸੋ ਪ੍ਰਸੰਗ ਮੈਂ ਨਹੀਂ ਸੁਨਾਏ। ਉਹ ਮਹਾਰਾਜ ਪ੍ਰਸੰਗ ਸੁਣਾਉਣਾ ਹੁਣ ਲੋੜ ਹੀ ਨਹੀਂ। ਮਹਾਰਾਜ ਤੁਸੀਂ ਵੇਖੋ ਵੀ ਆਪ ਜਾਣੀ ਜਾਣੋ ਵੀ ਗੜਵਾ ਗੰਦ ਵਿੱਚ ਸੁੱਟ ਦੇਣਾ। ਮਹਾਰਾਜ ਨੇ ਸ਼੍ਰੀ ਚੰਦ ਨੂੰ ਕਹਿਣਾ ਕੱਢੋ, ਉਹਨਾਂ ਜਵਾਬ ਦੇਣਾ। ਲਖਮੀ ਚੰਦ ਨੇ ਜਵਾਬ ਦੇਣਾ। ਭਾਈ ਲਹਿਣਾ ਜੀ ਨੇ ਸੋਹਣੇ ਵਸਤਰ ਪਾਏ ਸਮੇਤ ਵੜ ਜਾਣਾ ਖੇਤਾਂ ਦੇ ਵਿੱਚੋਂ। ਜਦੋਂ ਨਦੀਨ ਦੀ ਗਾਰੇ ਨਾਲ ਭਰੀ ਹੋਈ ਮੁੱਢਾਂ ਸਮੇਤ ਪੰਡ ਭਰੀ ਚਕਾਉਣੀ ਸੀ, ਕੋਈ ਨਹੀਂ ਅੱਗੇ ਆਇਆ। ਨਵੇਂ ਵਸਤਰ ਪਾਈ ਭਾਈ ਲਹਿਣਾ ਜੀ ਸਿਰ ਕਰ ਲਿਆ ਸੀ। ਅਜੇ ਪਹਿਲੇ ਦਿਨ ਆਏ ਸਨ। ਜਦੋਂ ਮਠਿਆਈਆਂ ਗੇਰਨ ਦੀ ਵਾਰੀ ਆਈ, ਰੁੱਖ ਤੇ ਚੜ੍ਹ ਕੇ ਕੇਰੋ, ਸਾਰੇ ਕਹਿੰਦੇ ਮਹਾਰਾਜ ਕਦੀ ਰੁੱਖ ਤੋਂ ਵੀ ਮਠਾਈਆਂ ਗਿਰੀਆਂ ਨੇ। ਤੇ ਭਾਈ ਲਹਿਣਾ ਜੀ ਚੜ੍ਹ ਗਏ ਸੀ। ਸਿੱਖਾਂ ਬਾਅਦ ਵਿੱਚ ਪੁੱਛਿਆ ਸੀ ਵੀ ਤੁਸੀਂ ਚੜ੍ਹ ਤਾਂ ਗਏ ਵੀ ਜੇ ਨਾ ਡਿੱਗਦੀਆਂ? ਕਹਿੰਦੇ ਸਾਨੂੰ ਹੁਕਮ ਹੋਇਆ ਸੀ ਇਕੱਲਾ ਝੂਲਾ ਮਾਰਨ ਦਾ, ਮਠਾਈਆਂ ਕੇਰਨੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਕੰਮ ਸੀ। ਅਸੀਂ ਆਪਦਾ ਕੀਤਾ, ਮਹਾਰਾਜ ਨੇ ਆਪਦਾ ਸਾਂਭਿਆ ਬਿਰਦ। ਤੋ ਇਸ ਤੋਂ ਇਲਾਵਾ ਮਹਾਰਾਜ ਬੜੀ ਪਰਖ ਕੀਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਸ਼੍ਰੀ ਚੰਦ ਜੀ ਦੀ, ਲਖਮੀ ਦਾਸ ਦੀ, ਹੋਰ ਸਿੱਖਾਂ ਦੀ। ਪਰ ਭਾਈ ਲਹਿਣਾ ਜੀ ਇਕੱਲੇ ਖਰੇ ਉਤਰੇ। ਉਹ ਪ੍ਰਸੰਗ ਮਹਾਰਾਜ ਹੁਣ ਕੀ ਆਖੀਏ ਜੀ। ਗੁਰਤਾ ਗਾਦੀ ਦੇ ਸਮਝਾਇਓ। ਗੁਰਿਆਈ ਦਾ ਤਖਤ ਦਿੱਤਾ, ਗੁਰੂ ਅੰਗਦ ਦੇਵ ਜੀ ਨੂੰ ਸਮਝਾ ਦਿੱਤਾ ਸੀ। ਇਹਾਂ ਨ ਰਹਿਬੋ ਤੁਮਰੋ ਪਾਇਓ। ਵੀ ਤੁਹਾਡਾ ਇੱਥੇ ਰਹਿਣਾ ਹੁਣ ਯੋਗ ਨਹੀਂ ਹੈ, ਚੰਗਾ ਨਹੀਂ ਹੈ। ਗ੍ਰਾਮ ਖਡੂਰ ਸਦਨ ਕਰ ਰਹੀ ਹੈ। ਤੇ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਤੁਸੀਂ ਖਡੂਰ ਸਾਹਿਬ ਦੇ ਵਿੱਚ ਆਪਣਾ ਘਰ ਬਣਾ ਕਰਕੇ ਰਹੋ ਜੀ। ਜਹ ਜਹ ਆਪਨ ਸੰਬੰਧੀ ਲਹੀ ਹੈ। ਤੇ ਜਿੱਥੇ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਸੰਬੰਧੀ ਹਨ, ਸਕਲ ਸਕੇਲਾ ਆਪਣੇ ਪਾਸ। ਉਹਨਾਂ ਸਾਰਿਆਂ ਨੂੰ ਖਡੂਰ ਸਾਹਿਬ ਆਪਦੇ ਪਾਸ ਬੁਲਾ ਲਓ, ਇੱਥੇ ਨਗਰ ਵਿੱਚ ਵਸਾ ਦਿਓ। ਥਿਰਹ ਤਹਾਂ ਲਿਓ ਆਨੰਦ ਰਾਸ। ਤੇ ਖਡੂਰ ਸਾਹਿਬ ਹੀ ਰਹਿਣਾ, ਇੱਥੇ ਹੀ ਆਨੰਦਾਂ ਦੀ ਪੂੰਜੀ ਪ੍ਰਾਪਤ ਕਰੋ ਤੁਸੀਂ। ਇਮ ਆਗਿਆ ਸੁਣ ਕਰ ਸਤਿਗੁਰ ਕੀ। ਇਸ ਤਰ੍ਹਾਂ ਦੀ ਆਗਿਆ ਸੱਚੇ ਪਾਤਸ਼ਾਹ ਜੀਆਂ ਦੀ ਸੁਣ ਕਰਕੇ ਚਹਿਤ ਨ ਵਿਛੜਿਓ ਪ੍ਰੀਤੀ ਉਰ ਕੀ। ਮਨ ਵਿੱਚ ਪ੍ਰੀਤ ਸੀ ਨਾ ਭਾਈ ਲਹਿਣਾ ਜੀ ਦੇ, ਵਿਛੜਨਾ ਨਹੀਂ ਸੀ ਚਾਹੁੰਦੇ। ਨੇਤਰ ਵਿੱਚ ਨੇਤਰਾਂ 'ਚ ਜਲ ਡੁੱਲਣ ਲੱਗਿਆ ਸੀ ਜਦੋਂ ਮਹਾਰਾਜ ਨੇ ਆਖਿਆ ਵੀ ਤੁਸੀਂ ਕਰਤਾਰਪੁਰ ਸਾਹਿਬ ਤੋਂ ਚਲੇ ਜਾਓ ਤੇ ਖਡੂਰ ਸਾਹਿਬ ਵਸ ਜਾਓ ਜਾ ਕੇ। ਭਾਈ ਲਹਿਣਾ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਡੁੱਲਣ ਲੱਗਿਆ ਪ੍ਰੇਮ ਵਿੱਚ। ਤਉ ਬੇਬਸ ਹੋਏ ਕਰ ਪਗ ਨਮੋ। ਤੇ ਪਰ ਮਹਾਰਾਜ ਦਾ ਹੁਕਮ ਮੰਨ ਕੇ ਬੇਬਸ ਹੋ ਕਰਕੇ ਭਾਈ ਲਹਿਣਾ ਜੀ ਵਿਆਕੁਲ ਹੁੰਦੇ ਹੋਏ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ। ਬ੍ਰਿਹੁ ਤੇ ਵਿਆਕੁਲ ਬਹੁਤੇ ਸਮੋ। ਤੇ ਇਥੋਂ ਤੁਰੇ ਪਰ ਬਿਰਹੋਂ ਤੋਂ ਵਿਛੋੜੇ ਤੋਂ ਬੜਾ ਸਮਾਂ ਵਿਆਕੁਲ ਰਹੇ ਸਨ। ਮੋਹੇ ਸਿੰਘਾਸਣ ਸਦਨ ਪਿਰਾਈ। ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਸੀ ਵੀ ਸਾਡਾ ਗੁਰਿਆਈ ਸਿੰਘਾਸਣ ਜਿਹੜਾ ਮਾਤਾ ਭਰਾਈ ਜੀ ਦੇ ਘਰ ਵਿੱਚ, ਤਹਾਂ ਬਿਰਾਜਹ ਕਰਹ ਗੁਰਾਈ। ਉੱਥੇ ਰਹਿ ਕੇ ਤੁਸੀਂ ਗੁਰਿਆਈ ਜਿਹੜੀ ਵੈ ਉਹ ਕਰੋਗੇ। ਭਾਵ ਖਡੂਰ ਸਾਹਿਬ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਮਾਤਾ ਸਨ ਨਾ, ਮਾਤਾ ਭਰਾਈ ਜੀ। ਤੋ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਸੀਂ ਮਾਤਾ ਭਰਾਈ ਜੀ ਦੇ ਘਰ ਵਿੱਚ ਜਾਓ। ਭਾਵ ਆਪਦੇ ਘਰ ਵਿੱਚ ਜਾ ਕੇ ਉੱਥੇ ਗੁਰਿਆਈ ਸਿੰਘਾਸਣ ਤੇ ਸਜਣਾ ਕਰੋ। ਸਾਡਾ ਤਖਤ ਹੁਣ ਖਡੂਰ ਸਾਹਿਬ ਮਾਤਾ ਭਰਾਈ ਦੇ ਘਰ ਵਿੱਚ ਸ਼ੋਭਾ ਪਾਵੇਗਾ। ਸੁਣ ਪ੍ਰਭ ਤੇ ਮਾਰਗ ਚੱਲ ਪਰੇ। ਸੁਣ ਕੇ ਸੱਚੇ ਪਾਤਸ਼ਾਹ ਤੋਂ ਭਾਈ ਲਹਿਣਾ ਜੀ ਅਥਵਾ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਰਸਤੇ ਤੁਰ ਪਏ ਖਡੂਰ ਸਾਹਿਬ ਦੇ ਨੂੰ। ਭਗਤ ਭੰਡਾਰ ਭਾਉ ਔਰ ਤਰੇ। ਤੇਰੇ ਦੇ ਵਿੱਚ ਪ੍ਰੇਮਾ ਭਗਤੀ ਦਾ ਬੜਾ ਵੱਡਾ ਭੰਡਾਰਾ ਧਾਰਿਆ ਹੋਇਆ ਸੀ। ਸਤਿ ਨਾਮ ਧਨ ਲੀਨ ਅਤੋਟ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਸੱਚੇ ਨਾਮ ਦਾ ਅਤੋਟਾ ਲੈ ਕੇ ਚੱਲੇ ਆ। ਮਹਾਰਾਜ ਨੇ ਪਰਖਿਆ, ਕਈਆਂ ਪੈਸੇ ਚੁੱਕੇ, ਕਈਆਂ ਚਾਂਦੀ ਇਕੱਠੀ ਕੀਤੀ ਗੁਰੂ ਘਰੋਂ, ਕਈਆਂ ਸੋਨਾ ਇਕੱਠਾ ਕੀਤਾ। ਜੇ ਸਾਧ ਸੰਗਤ ਜੀ, ਉਹ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਿ ਜੇ ਨਾਮ ਧਨ ਇਕੱਠਾ ਕੀਤਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੀਤਾ।
ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਗੁਰਿਆਈ ਦਾ ਤਖਤ ਲੈ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਰੂਪ ਹੋ ਕਰਕੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਨੂੰ ਜਾ ਰਹੇ ਸਨ। ਖਰਚਹਿ ਵਧਹਿ ਤਰੇ ਗਨ ਕੋਟ। ਇਹ ਇਹੋ ਜਿਹਾ ਸੱਚੇ ਨਾਮ ਦਾ ਭੰਡਾਰਾ ਜਿੰਨਾ ਮਰਜੀ ਖਾਵੈ ਖਰਚਹਿ ਰਲ ਮਿਲ ਭਾਈ ਤੋਟ ਨਾ ਆਵੈ ਵਾਧੋ ਜਾਈ। ਤੋ ਇਹ ਪਾਵਨ ਪਵਿੱਤਰ ਇਹ ਸ਼ਬਦ ਦਾ ਇਹ ਨਾਮ ਦਾ ਭੰਡਾਰਾ ਖਰਚਿਆਂ ਕਦੇ ਥੁੜਦਾ ਨਹੀਂ ਹੈ। ਤਰੇ ਗਨ ਕੋਟ। ਤੇ ਕਈ ਕਰੋੜਾਂ ਹੀ ਇਸ ਨਾਮ ਨੇ ਤਾਰ ਦਿੱਤੇ ਹਨ, ਬੜਿਆਂ ਦੀ ਕਲਿਆਣ ਕਰ ਦਿੱਤੀ ਹੈ। ਸਨੇ ਸਨੇ ਚੱਲ ਪਹੁੰਚੇ ਗ੍ਰਾਮ। ਧੀਰੇ ਧੀਰੇ ਤੁਰਦੇ ਤੁਰਦੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਨਗਰ ਪਹੁੰਚ ਗਏ ਸਨ। ਮਾਤ ਪਿਰਾਈ ਕੋ ਜਹ ਤਾਮ। ਜਿੱਥੇ ਧੰਨ ਮਾਤਾ ਭਰਾਈ ਜੀ ਦਾ ਘਰ ਸੀ, ਭਾਵ ਮਹਾਰਾਜ ਦਾ ਆਪਣਾ ਘਰ ਸੀ ਖਡੂਰ ਵਿੱਚ। ਹਿਤ ਕਰ ਮਿਲੀ ਭਾਉ ਔਰ ਤਾਰਾ। ਬੜਾ ਪ੍ਰੇਮ ਰੱਖ ਕੇ ਮਾਤਾ ਭਰਾਈ ਆਪਣੇ ਪੁੱਤਰ ਨੂੰ ਪ੍ਰੇਮ ਧਾਰ ਕੇ ਮਿਲੀ ਹੈ। ਸਿੰਘਾਸਣ ਪਰ ਸੁਤ ਬੈਠਾਰਾ। ਤੇ ਆਪਦੇ ਪੁੱਤਰ ਨੂੰ ਸੋਹਣੇ ਸਿੰਘਾਸਣ ਤੇ ਬਿਠਾਉਣਾ ਕੀਤਾ, ਕਿਉਂਕਿ ਸਾਧ ਸੰਗਤ ਜੀ ਇੱਥੇ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਪਣੇ ਸਰਾਏ ਨਾਗਾ ਲਾਗੇ ਹੀ ਨਾ ਨਾਂਗੇ ਦੀ ਸਰਾਂ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ਤੇ ਆਉਂਦਾ 12-15 ਕਿਲੋਮੀਟਰ ਮੁਕਤਸਰ ਸਾਹਿਬ ਤੋਂ ਪਰਾਂ ਨੂੰ ਕੋਟ ਨੂੰ, ਉਹ ਸਰਾਏ ਨਾਗਾ ਗੁਰੂ ਅੰਗਦ ਦੇਵ ਮਹਾਰਾਜ ਦਾ ਨਗਰ ਸੀ। ਤੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਇਹ ਮਾਤਾ ਭਰਾਈ ਜੀ ਦੇ ਘਰੇ ਕੋਈ ਔਲਾਦ ਨਹੀਂ ਸੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਥੇ ਆਏ ਆ ਨਾ ਸਰਾਏ ਨਾਗਾ, ਹੁਣ ਨਗਰ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ, ਪਿੱਪਲ ਵੀ ਖੜਿਆ ਉਵੇਂ ਰੁੱਖ ਸੁੰਦਰ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਸਜੇ ਸੀ। ਇਹਨਾਂ ਮਹਾਰਾਜ ਦੀ ਬੜੀ ਸੇਵਾ ਕੀਤੀ ਸੀ ਮਾਤਾ ਭਰਾਈ ਜੀ ਦੇ ਪਰਿਵਾਰ ਨੇ, ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਜੀ ਨੇ। ਤੇ ਜਦੋਂ ਫਿਰ ਇਹਨਾਂ ਸੇਵਾ ਕੀਤੀ ਸੂਰਜ ਭਾਨ ਜੀ ਨੇ, ਤੋ ਇਹਨਾਂ ਬੇਨਤੀ ਕੀਤੀ ਸੀ ਮਹਾਰਾਜ ਵੀ ਕਿਰਪਾ ਕਰੋ ਵੀ ਸਾਡੇ ਘਰੇ ਕੋਈ ਔਲਾਦ ਨਹੀਂ ਤੇ ਕੋਈ ਆਪਦੇ ਵਰਗਾ ਮਹਾਰਾਜ ਤੁਹਾਡੇ ਵਾਂਗੂ ਪ੍ਰਤਾਪ ਹੋਵੇ, ਇਹੋ ਜਿਹਾ ਕੋਈ ਪੁੱਤਰ ਮਹਾਰਾਜ ਬਖਸ਼ੋ। ਸੱਚੇ ਪਾਤਸ਼ਾਹ ਜੀ ਆਖਿਆ ਸੀ ਵੀ ਤੁਹਾਡੇ ਘਰੇ ਪੁੱਤਰ ਹੋਵੇਗਾ, ਉਹ ਸਮਾਂ ਆਉਣ ਤੇ ਅਸੀਂ ਉਹਨੂੰ ਆਪਦਾ ਹੀ ਸਰੂਪ ਬਣਾ ਲਾਂਗੇ, ਸਾਡੇ ਵਰਗਾ ਕੀ ਆਖਣਾ ਅਸੀਂ ਹੋਵਾਂਗੇ, ਤੇ ਸਾਡੀ ਗੁਰਿਆਈ ਦਾ ਤਖਤ ਉਹਦੇ ਪਾਸ ਆਵੇਗਾ ਦੂਜੇ ਥਾਂ ਤੇ। ਉਹ ਮਾਤਾ ਭਰਾਈ ਜੀ ਉਹ ਜਾਣਦੇ ਸੀ ਸਾਰੀ ਗੱਲਬਾਤ, ਤੇ ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਤਖਤ ਲੈ ਕੇ ਆਏ ਨਾ, ਗੁਰਿਆਈ ਸਿੰਘਾਸਣ ਗੁਰਿਆਈ ਦਾ ਤਿਲਕ ਲੈ ਆਏ, ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਉਹ ਮਾਤਾ ਭਰਾਈ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਰਦਾਨ ਨੂੰ ਚੇਤੇ ਕਰਦੇ ਆ ਵੀ ਮਹਾਰਾਜ ਦਾ ਵਰ ਸੱਚਾ ਹੋਇਆ, ਵੀ ਸੱਚੀ ਮੁੱਚੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ ਸਾਹਿਬਜ਼ਾਦੇ ਭਾਈ ਲਹਿਣਾ ਜੀ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਅੰਗਦ ਬਣ ਕੇ ਮੇਰੇ ਘਰ ਵਿੱਚ ਆ ਗਏ। ਤੋ ਮਾਤਾ ਭਰਾਈ ਜੀ ਉਹ ਸਾਰਾ ਸਮਾਂ ਯਾਦ ਕਰਦੇ ਆ ਤੇ ਸਿੰਘਾਸਣ ਤੇ ਆਪਦੇ ਪੁੱਤਰ ਨੂੰ ਬਿਠਾਉਣਾ ਕੀਤਾ ਹੈ। ਸ਼੍ਰੀ ਨਾਨਕ ਸ਼੍ਰੀ ਅੰਗਦ ਮਾਹੀ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪਣੇ ਪੁੱਤਰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਵਿੱਚ ਭੇਦ ਪਿਰਾਈ ਜਾਣਿਓ ਨਾਹੀ। ਇਸ ਭਾਗ ਭਰੀ ਮਾਤਾ ਭਰਾਈ ਦੀਆਂ ਕੋਈ ਭੇਦ ਨਹੀਂ ਜਾਣਿਆ, ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੀ ਜਾਣਿਆ ਪੁੱਤਰ ਨੂੰ। ਖੀਵੀ ਆਪਨ ਸਨਖਾ ਹੋਈ। ਤੇ ਆਪਣੀ ਨੂੰਹ ਹੈ ਨਾ ਜਿਹੜੀ ਮਾਤਾ ਖੀਵੀ, ਭਾਵ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ ਮਾਤਾ ਖੀਵੀ ਜੀ, ਉਹਨੂੰ ਆਪਦੇ ਪਾਸ ਸੱਦਿਆ ਹੈ। ਕਰੀ ਹਕਾਰਨ ਪਹੁੰਚੀ ਸੋਈ। ਉਹਨੂੰ ਆਵਾਜ਼ਾਂ ਮਾਰਿਆ ਖੀਵੀ ਮਾਤਾ ਜੀ ਨੂੰ, ਤੇ ਜਲਦੀ ਨਾਲ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਹਨ। ਪਤ ਕੀ ਸੇਵ ਕਰਨ ਮਹਿ ਲਾਗੀ। ਤੇ ਇਹ ਮਾਤਾ ਖੀਵੀ ਜੀ ਵੀ ਆਪਣੇ ਪਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੜੀ ਸੇਵਾ ਕੀਤੀ, ਸੇਵਾ ਵਿੱਚ ਲੱਗ ਗਏ ਹਨ। ਪਤ ਬ੍ਰਤ ਧਰਮ ਦ੍ਰਿੜਾ ਅਨੁਰਾਗੀ। ਇਹ ਮਾਤਾ ਖੀਵੀ ਜੀ ਪਤੀ ਬ੍ਰਤਾ ਧਰਮ ਵਿੱਚ ਬੜੇ ਦ੍ਰਿੜੇ ਪੱਕੇ ਸਨ, ਪ੍ਰੇਮੀ ਸਨ। ਖਾਨ ਪਾਨ ਪਹਿਰਨ ਸੁਧ ਸਾਰੀ। ਤੇ ਖਾਣ ਪੀਣ ਦੀ ਚੰਗਾ ਸੋਹਣਾ ਰਿੰਨ ਕੇ ਪਕਾ ਕੇ ਸੋਹਣੀ ਤਰ੍ਹਾਂ ਪ੍ਰਸ਼ਾਦਾ ਹਾਜ਼ਰ ਕਰਨਾ, ਗੁਰੂ ਅੰਗਦ ਦੇਵ ਮਹਾਰਾਜ ਦੇ ਬਸਤਰ ਸਿਆਉਣੇ ਤੇ ਉਹਨਾਂ ਨੂੰ ਸੋਹਣੇ ਬਸਤਰ ਧੋ ਧੋ ਕੇ ਦੇਵਣੇ। ਨਿਸਪ੍ਰੇਹੀ ਪਤ ਕਰਤ ਸੰਭਾਰੀ। ਤੇ ਇਸ ਤਰ੍ਹਾਂ ਨਿਰਇੱਛਕ ਹੋ ਕੇ ਨਾ ਮਾਤਾ ਖੀਵੀ ਜੀ ਆਪਣੇ ਪਤੀ ਦੀ ਬੜੀ ਸੇਵਾ ਕੀਤੀ, ਭਾਵ ਗੁਰੂ ਅੰਗਦ ਦੇਵ ਮਹਾਰਾਜ ਦੀ। ਸੋਹਣਾ ਭੋਜਨ ਪਕਾ ਪਕਾ ਕੇ ਜਿਵੇਂ ਦੀ ਮਹਾਰਾਜ ਨੂੰ ਚੰਗਾ ਲੱਗਣਾ ਉਸੇ ਤਰ੍ਹਾਂ ਦਾ ਭੋਜਨ ਪਰੋਸਣਾ, ਮਹਾਰਾਜ ਦੇ ਬਸਤਰ ਧੋਣੇ, ਸੋਹਣੇ ਬਸਤਰ ਸੋਧ ਸੋਧ ਕੇ ਸੱਚੇ ਪਾਤਸ਼ਾਹ ਨੂੰ ਨਿਤਾ ਪ੍ਰਤੀ ਦੇਣੇ, ਇਸ਼ਨਾਨ ਵਾਸਤੇ ਜਲ ਗਰਮ ਕਰਕੇ ਦੇਣਾ,
ਹੋਰ ਬੇਅੰਤ ਤਰ੍ਹਾਂ ਦੀ ਮਹਾਰਾਜ ਦੀ ਸੇਵਾ ਕਰਨੀ। ਮਾਤਾ ਖੀਵੀ ਜੀਆਂ ਬੇਅੰਤ ਸੇਵਾ ਕੀਤੀ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰ ਲਈ। ਤਾਂ ਗੁਰਬਾਣੀ ਵਿੱਚ ਮਾਤਾ ਖੀਵੀ ਜੀਆਂ ਨੂੰ ਭਾਈ ਬਲਵੰਡ ਜੀ ਆਖਿਆ ਨਾ, ਬਲਵੰਡ ਨੀਵੀ ਖੀਵੀ ਨੇਕ ਜਨ। ਬੀਬੀ ਖੀਵੀ ਜੀ, ਮਾਤਾ ਖੀਵੀ ਜੀ ਨੇਕ ਜਨ ਸਨ। ਕਿਵੇਂ? ਜਿਵੇਂ ਕੋਈ ਵੱਡਾ ਬੋੜ ਹੁੰਦਾ ਨਾ ਸੰਘਣੀ ਛਾਂ ਵਾਲਾ, ਇੰਨੀ ਸੇਵਾ ਸੀ ਮਾਤਾ ਖੀਵੀ ਜੀਆਂ ਦੀ। ਤੋ ਇਸ ਤਰ੍ਹਾਂ ਮਾਤਾ ਖੀਵੀ ਜੀ ਬੜੀ ਸੇਵਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਕਰਦੇ ਹੈ। ਕਰ ਜੋ ਰਹਿ ਆਇਸ ਕੋ ਮਨ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਆਗਿਆ ਮੰਨਦੇ ਆ। ਹੱਥ ਜਦੋਂ ਮਹਾਰਾਜ ਬੋਲਦੇ ਆ ਨਾ, ਗੁਰੂ ਅੰਗਦ ਦੇਵ ਮਹਾਰਾਜ ਕੋਈ ਕਹਿੰਦੇ ਭਾਈ ਕੋਈ ਜਲ ਲਿਆਓ ਜਾਂ ਕੋਈ ਪ੍ਰਸ਼ਾਦਾ ਛਕਣ ਦੀ ਇੱਛਾ ਹੁੰਦੀ, ਉਵੇਂ ਨਹੀਂ ਖੜਦੇ। ਮਾਤਾ ਖੀਵੀ ਜੀ ਹੱਥ ਜੋੜ ਕੇ ਖੜਦੇ ਆ ਧੰਨ ਗੁਰੂ ਅੰਗਦ ਪਾਤਸ਼ਾਹ ਦੇ ਸਾਹਮਣੇ। ਅਧਿਕ ਪ੍ਰੀਤ ਤੇ ਸੇਵਾ ਠੰਨ ਵੀ ਹੈ। ਪਤੀ ਨੂੰ ਪਤੀ ਰੂਪ ਨਹੀਂ ਵੇਖ ਰਹੇ, ਪਰਮੇਸ਼ਰ ਰੂਪ ਵੇਖ ਕੇ ਸੇਵਾ ਕਰਦੇ, ਬੜਾ ਪ੍ਰੇਮ ਠਾਣਦੇ ਰੱਖਦੇ ਐ। ਨਿਤ ਪ੍ਰਤ ਚਹਿਤ ਅਸਣ ਪਹੁੰਚਾਵਹਿ। ਤੇ ਦਿਨ ਪਰ ਦਿਨ ਜਿਵੇਂ ਦੀ ਇੱਛਾ ਗੁਰੂ ਅੰਗਦ ਦੇਵ ਮਹਾਰਾਜ ਦੀ ਹੁੰਦੀ ਹੈ, ਪ੍ਰਸ਼ਾਦਾ ਛਕਣ ਦੀ ਜਾਂ ਕੁਝ ਹੋਰ ਛਕਣ ਦੀ ਜਾਂ ਪਹਿਨਣ ਦੀ, ਆਏ ਸਪਾਏ ਦਰਸ ਕੋ ਆਵਹਿ। ਤੇ ਉਸ ਤਰ੍ਹਾਂ ਦਾ ਪ੍ਰਸ਼ਾਦਾ ਬਸਤਰ ਹਾਜ਼ਰ ਕਰਦੇ ਮਾਤਾ ਖੀਵੀ ਜੀ। ਤੇ ਜਦੋਂ ਮਹਾਰਾਜ ਦੇ ਦਰਸ਼ਨ ਕਰਨੇ, ਇਹ ਨਹੀਂ ਵੀ ਸਿੱਧਾ ਹੀ ਆ ਜਾਂਦੇ, ਦਰਵਾਜ਼ੇ 'ਚ ਖੜ ਕੇ ਪਹਿਲਾਂ ਬੇਨਤੀ ਕਰਦੇ, ਹੇ ਸੱਚੇ ਪਾਤਸ਼ਾਹ ਦੀਨਾ ਬੰਧੂ ਗੁਰੂ ਗਰੀਬ ਨਵਾਜ, ਮਹਾਰਾਜ ਕੀ ਮੈਨੂੰ ਅੰਦਰ ਆਉਣ ਦੀ ਆਗਿਆ ਹੈ। ਇਸ ਤਰ੍ਹਾਂ ਬੇਨਤੀ ਕਰਦੇ। ਜੇ ਮਹਾਰਾਜ ਹਾਂਜੀ ਕਹਿੰਦੇ ਆ ਤੇ ਅੱਗੇ ਅੰਦਰ ਆਉਂਦੇ, ਨਹੀਂ ਤਾਂ ਬਾਹਰ ਖੜੇ ਰਹਿੰਦੇ ਮਾਤਾ ਜੀ। ਇੰਨਾ ਸਤਿਕਾਰ ਹੈ ਦਿਲ ਵਿੱਚ ਸੱਚੇ ਪਾਤਸ਼ਾਹ ਜੀ ਦੇ ਪਰਥਾਏ। ਪਾਰ ਬ੍ਰਹਮ ਕਰ ਪਤ ਕੋ ਜਾਣੈ। ਗੱਲ ਕੀ ਕਵੀ ਜੀ ਕਹਿੰਦੇ ਆ ਕਿ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਦੇ ਮਾਤਾ ਖੀਵੀ ਜੀ। ਮੂਰਤ ਧਿਆਨ ਹਿਰਦੈ ਸਦ ਠਾਨੈ। ਤੇ ਸਦਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਦਸੀਏ, ਇੰਨੀ ਸ਼ਰਧਾ ਹੈ ਗੁਰੂ ਅੰਗਦ ਦੇਵ ਮਹਾਰਾਜ ਦੇ ਪਰਥਾਏ ਮਾਤਾ ਜੀ ਵਿੱਚ। ਤੇ ਹਿਰਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਮੂਰਤੀ ਧਿਆਨ ਧਾਰ ਕੇ ਰੱਖਦੇ ਹੈ। ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਉਵੇਂ ਆਗਿਆ ਮੰਨਦੇ ਹੈ। ਜਦੋਂ ਸਾਹਮਣੇ ਆਉਂਦੇ ਉਦੋਂ ਹੀ ਹੱਥ ਜੋੜ ਲੈਂਦੇ। ਹੱਥ ਜੋੜੇ ਬਿਨਾਂ ਕੁਝ ਪੁੱਛਦੇ ਨਹੀਂ। ਜਦੋਂ ਪੁੱਛਦੇ ਉਦੋਂ ਵੀ ਹੱਥ ਜੋੜ ਕੇ, ਤੇ ਜਦੋਂ ਮਹਾਰਾਜ ਅੱਗੋਂ ਬੋਲਦੇ ਉਦੋਂ ਵੀ ਹੱਥ ਜੁੜੇ ਹੁੰਦੇ ਆ। ਇਤਨਾ ਪ੍ਰੇਮ, ਇਤਨੀ ਭਾਵਨਾ ਹੈ ਮਾਤਾ ਖੀਵੀ ਜੀ ਦੇ ਅੰਦਰ। ਇਹ ਸਾਰੀ ਕਥਾ ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਸੁਣਾ ਰਹੇ ਹੈ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਸੁਣਾ ਤਾਂ ਰਹੇ ਵੀ ਸਿੱਖਾਂ ਵਿੱਚ ਹੰਕਾਰ ਆ ਗਿਆ ਸੀ। ਥੋੜ੍ਹੀ ਜਿਹੀ ਸੇਵਾ ਕਰਕੇ ਨਾ ਖਾਲਸਾ ਜੀ, ਕਈ ਵਾਰੀ ਸਿੱਖਾਂ ਦੇ ਜਾਂ ਸਾਡੇ ਤੁਹਾਡੇ ਮਨ ਵਿੱਚ ਆ ਜਾਂਦੀ ਹੈ ਵੀ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ। ਪਰ ਸੰਸਾਰ ਵਿੱਚ ਖਾਲਸਾ ਜੀ ਇਹ ਵੱਡੇ ਦਰ ਦੇ ਸਿੱਖ ਸੇਵਕ ਵੀ ਬੜੇ ਵੱਡੇ ਵੱਡੇ ਪਏ ਹੈ। ਕੋਈ ਅੰਤ ਨਹੀਂ ਸੇਵਕਾਂ ਦਾ, ਸੇਵਾ ਕਰਨ ਵਾਲਿਆਂ ਦਾ। ਘਰ ਬਾਹਰ ਤਿਆਗੇ ਹੋਏ ਹੈ। ਇੱਥੇ ਸਾਧ ਸੰਗਤ ਜੀ ਆਪਣੇ ਵਰਗਿਆਂ ਦੇ ਮਨ ਵਿੱਚ ਥੋੜ੍ਹੀ ਜਿਹੀ ਸੇਵਾ ਕਰ ਲਈ ਕਿੰਨਾ ਹੰਕਾਰ ਆ ਜਾਂਦਾ। ਜਾਂ ਅਸੀਂ ਥੋੜ੍ਹਾ ਜਿਹਾ ਕਰਕੇ ਤੇ ਗੁਰੂ ਕੋਲੋਂ ਬੜੀ ਵੱਡੀ ਬਖਸ਼ਿਸ਼ ਮੰਗਦੇ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤ ਆ। ਇੱਥੇ ਨਾ ਅੰਮ੍ਰਿਤਸਰ ਸਾਹਿਬ ਇੱਕ ਮਾਈ ਹੈ, ਉਹਦਾ ਨਾਮ ਵਿਸਰ ਗਿਆ, ਤੇ ਬੜੇ ਚੈਨਲਾਂ 'ਤੇ ਉਹਦੀ ਇੰਟਰਵਿਊ ਵੀ ਚੱਲਦੀ ਹੁੰਦੀ ਹੈ। ਤੇ ਉਹ ਮਾਈ ਦੇ ਨਾਲ 84 ਦੇ ਵਿੱਚ ਸਾਧ ਸੰਗਤ ਜੀ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ, ਉਦੋਂ 2 ਪੁੱਤ ਸ਼ਹੀਦ ਹੋ ਗਏ ਸੀ ਉਹ ਮਾਈ ਦੇ, ਤੇ 2 ਬਾਅਦ ਵਿੱਚ ਪੁਲਿਸ ਨੇ ਚੁੱਕ ਕੇ ਮਾਰਤੇ। ਨੂੰਹਾਂ ਵੀ ਤੇ ਧੀਆਂ ਤੇ ਜਵਾਈ, ਭਾਵ ਸਾਰਾ ਟੱਬਰ ਉਹਦਾ ਖਤਮ ਕੀਤਾ। ਇਕੱਲੀ ਆ ਮਾਈ। ਉਹ ਇੱਥੇ ਅੰਮ੍ਰਿਤਸਰ ਅਜੇ ਵੀ ਪਰਿਕਰਮਾ ਵਿੱਚ ਹੁੰਦੀ। ਉਹ ਪਰਿਕਰਮਾ ਵਿੱਚ ਹੀ ਜ਼ਿਆਦਾਤਰ ਉਹ ਮਾਈ ਨਾ ਕੁਝ ਖਿਲਰ ਜਾਂਦਾ, ਕੱਖ ਕੰਨਾਂ ਚੁੱਕਦੀ ਫਿਰਦੀ ਘੇਰੇ ਘੇਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਯਤਨ ਕੀਤੇ, ਹੋਰ ਸੰਪਰਦਾਵਾਂ ਵੱਲੋਂ ਵੀ ਮਾਤਾ ਜੀ ਕੁਝ ਲੈ ਲਓ, ਕਹਿੰਦੇ ਨਹੀਂ ਲੈਣਾ ਕੁਝ ਨਹੀਂ, ਮੈਨੂੰ ਕਮਰਾ ਦੇ ਦਿਓ ਇੱਥੇ ਅੰਮ੍ਰਿਤਸਰ ਸਾਹਿਬ ਰਹਿਣ ਨੂੰ ਇੱਕ ਬਸ। ਉਹ ਮਾਈ ਨੂੰ ਕਮਰਾ ਛੋਟਾ ਜਿਹਾ ਦਿੱਤਾ ਹੋਇਆ, ਉੱਥੇ ਰਹਿੰਦੀ। ਪਰ ਉਹ ਪਤਾ ਨਹੀਂ ਕਦੋਂ ਬਰਾਜਦੀ ਹੈ, ਜ਼ਿਆਦਾਤਰ ਪਰਿਕਰਮਾ 'ਚ ਹੀ ਬੈਠੀ ਹੁੰਦੀ ਮਾਈ। ਸਾਰਾ ਪਰਿਵਾਰ ਪੰਥ ਤੋਂ ਖਾਲਸਾ ਜੀ ਦੇ ਖਾਲਸਾ ਪੰਥ ਦੀ ਝੋਲੀ ਪਾਇਆ ਹੋਇਆ। ਸਾਰਾ ਪਰਿਵਾਰ ਗੁਰਧਾਮਾਂ ਦੀ ਸੇਵਾ ਵਾਸਤੇ ਵਾਰਿਆ। ਤੇ ਉਹਨੂੰ ਜਦੋਂ ਕੋਈ ਵੀ ਪੁੱਛ ਲੈ, ਚਾਹੇ ਤੁਹਾਨੂੰ ਮਿਲੇ, ਉਹਨੂੰ ਪੁੱਛੋ ਜਾ ਕੇ ਮਾਤਾ ਜੀ ਤੁਹਾਡੀ ਹੁਣ ਕੀ ਇੱਛਾ ਹੈ। ਤੇ ਉਹ ਕਹਿੰਦੀ ਵੀ ਮੇਰੀ ਇੱਛਾ ਇੱਕੋ ਹੀ ਹੈ ਵੀ ਜਦੋਂ ਮੈਂ ਮਰਾਂ ਨਾ ਤੇ ਮੇਰਾ ਸਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਪਰਿਕਰਮਾ 'ਚ ਹੋਵੇ। ਐਡੀ ਵੱਡੀ ਖਾਲਸਾ ਜੀ ਸੇਵਾ ਕਰਕੇ ਤੇ ਮੰਗ ਵੇਖੋ ਕੀ ਹੈ। ਉਹ ਵੀ ਇਹ ਹੈ ਵੀ ਮਹਾਰਾਜ ਜਦੋਂ ਮਰਾਂ ਨਾ ਇਹ ਪਰਿਕਰਮਾ 'ਚ ਮੇਰਾ ਸਰੀਰ ਚੜ੍ਹਾਈ ਕਰੇ। ਇਹੋ ਜਿਹੇ ਖਾਲਸਾ ਜੀ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਪਏ, ਜਿਨ੍ਹਾਂ ਦੀ ਐਡੀ ਸੇਵਾ ਹੈ। ਇੱਛਾ ਕੋਈ ਨਹੀਂ ਹੈ, ਸਾਡੀ ਸੇਵਾ ਥੋੜ੍ਹੀ ਹੈ ਤੇ ਮੰਗਣਾ ਖਾਲਸਾ ਜੀ ਸਾਡਾ ਬਹੁਤ ਵੱਡਾ। ਅਸੀਂ ਸਾਰੀ ਉਮਰ ਪਰਮੇਸ਼ਰ ਨੂੰ ਦੋਸ਼ ਦਿੰਦੇ ਨਹੀਂ ਅੱਕਦੇ। ਸਾਰੀ ਉਮਰ ਅਸੀਂ ਪਰਮੇਸ਼ਰ ਨੂੰ ਦੋਸ਼ ਦਿੰਦੇ ਹਾਂ, ਹਾਏ ਮਹਾਰਾਜ ਸਾਨੂੰ ਇਸ ਤਰ੍ਹਾਂ ਕੀਤਾ,
ਇਸ ਤਰ੍ਹਾਂ ਕੀਤਾ। ਸਾਰਾ ਖਾਲਸਾ ਜੀ ਪਰਿਵਾਰ ਵਾਰਨ ਵਾਲੇ ਮਰਜੀਵੜੇ ਮਾਵਾਂ ਉਹ ਬਾਪ ਬੈਠੇ ਹੋਏ ਅਜੇ ਵੀ, ਜਿਨ੍ਹਾਂ ਨੇ ਸਾਰਾ ਪਰਿਵਾਰ ਖਾਲਸਾ ਜੀ ਪੰਥ ਦੀ ਸੇਵਾ ਵਿੱਚ ਵਾਰਿਆ, ਹੱਥੀਂ ਜਵਾਨ ਪੁੱਤ ਤੋਰੇ, ਪਰ ਅੱਜ ਉਹਨਾਂ ਦੇ ਮੱਥੇ ਤੇ ਜਰੀ ਜਿੰਨਾ ਵੀ ਸ਼ਿਕਨ ਨਹੀਂ ਹੈ, ਕੋਈ ਅਫਸੋਸ ਨਹੀਂ ਹੈ, ਮੰਗ ਫਿਰ ਕੋਈ ਨਹੀਂ ਹੈ ਵੀ ਸਾਨੂੰ ਭਾਈ ਕੋਈ ਸਾਡੀ ਪੁੱਛਗਿੱਛ ਨਹੀਂ ਹੁੰਦੀ, ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈ, ਇਹੋ ਜਿਹੀ ਕੋਈ ਇੱਛਾ ਨਹੀਂ ਰੱਖਦੇ। ਤੋ ਗਰੀਬ ਨਵਾਜ ਇਹੋ ਜਿਹੀ ਸਿੱਖੀ ਸਾਨੂੰ ਵੀ ਬਖਸ਼ਿਸ਼ ਕਰਨ, ਸਾਨੂੰ ਵੀ ਸਿੱਖੀ ਸਿਦਕ ਭਰੋਸਾ ਦਾਨ ਗਰੀਬ ਨਵਾਜ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ, ਕੁਝ ਪ੍ਰਸੰਗ ਰਹਿੰਦਾ ਖਾਲਸਾ ਜੀ ਕੱਲ੍ਹ ਦੇ ਦੀ ਬਾਣ ਵਿੱਚ ਵਿਚਾਰਾਂਗੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਿਤ ਪ੍ਰਤ ਚਹਿਤ ਅਸਣ ਪਹੁੰਚਾਵਹਿ, ਆਇਸ ਪਾਏ ਦਰਸ ਕੋ ਆਵਹਿ। ਪਾਰ ਬ੍ਰਹਮ ਕਰ ਪਤ ਕੋ ਜਾਣੈ, ਮੂਰਤ ਧਿਆਨ ਹਿਰਦੈ ਸਦ ਠਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰਿ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹਿਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣ ਹਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।